ਓਕੇ ਕਲਾਸ ਸਾਡਾ ਨੈਕਸਟ ਟੌਪਿਕ ਹੈ ਸੈਸ਼ਨਸ PHP ਦੇ ਵਿੱਚ ਜਿਹੜੇ ਆਈ ਥਿੰਕ ਤੁਹਾਨੂੰ ਕਿਹਾ ਸੀ ਮੈਂ ਵੀ ਇੱਕ ਵਾਰ ਥੋੜ੍ਹਾ ਜਿਹਾ ਦੇਖ ਲਿਓ ਐਗਜ਼ਾਮੀਨੇਸ਼ਨ ਦੇ ਲਈ MST3 ਲਈ, ਬਟ ਅਸੀਂ ਅੱਜ ਹੁਣ ਪੂਰਾ ਕਰਦੇ ਹਾਂ ਟੌਪਿਕ ਕੀ ਹੈ। ਫਸਟ ਆਫ ਆਲ ਸੈਸ਼ਨ ਦੇ ਬਾਰੇ ਕੀ ਦੱਸਿਆ ਜਾ ਰਿਹਾ। ਬੇਸਿਕਲੀ ਸੈਸ਼ਨ ਹੈ ਕੀ, ਇਹ ਕਹਿ ਸਕਦੇ ਹੋ ਕਿ ਸੈਸ਼ਨ ਬੇਸਿਕਲੀ ਅਸੀਂ ਯੂਜ਼ ਕਰਦੇ ਹਾਂ ਸਟੋਰ ਕਰਨ ਦੇ ਲਈ ਜਾਂ ਪਾਸ ਕਰਨ ਦੇ ਲਈ ਇਨਫੋਰਮੇਸ਼ਨ ਇੱਕ ਪੇਜ ਤੋਂ ਦੂਸਰੇ ਪੇਜ ਦੇ ਵਿੱਚ, ਮਤਲਬ ਦੋ ਪੇਜਿਸ ਦੇ ਵਿੱਚ ਅਗਰ ਕਮਿਊਨੀਕੇਟ ਕਰਵਾਉਣਾ ਹੈ, ਚਾਹੇ ਉਹ ਸੇਮ ਵੈਬਸਾਈਟ ਦੇ ਦੋ ਪੇਜਿਸ ਹੈ ਜਾਂ ਫਿਰ ਉਹ ਦੋ ਅਲੱਗ-ਅਲੱਗ ਵੈਬਸਾਈਟਸ ਨੇ, ਉਹਨਾਂ ਦੋਨਾਂ ਦੇ ਲਈ ਅਗਰ ਡਾਟਾ ਟ੍ਰਾਂਸਫਰ ਕਰਵਾਉਣਾ ਹੈ ਜਾਂ ਉਹਨਾਂ ਦੋਨਾਂ ਦੇ ਵਿੱਚ ਡਾਟਾ ਸਟੋਰ ਕਰਵਾਉਣਾ ਹੈ ਤਾਂ ਉਸ ਦੇ ਲਈ ਅਸੀਂ ਸੈਸ਼ਨ ਯੂਜ਼ ਕਰਦੇ ਹਾਂ। ਬਟ ਦਾ ਡਾਟਾ ਜਿਹੜਾ ਅਸੀਂ ਸ਼ੇਅਰ ਕਰਾਂਗੇ ਜਾਂ ਸਟੋਰ ਕਰਾਂਗੇ ਉਹ ਸਾਰਾ ਟੈਂਪਰਰੀ ਹੋਏਗਾ। ਮਤਲਬ ਇੱਕ ਵਾਰ ਤੁਸੀਂ ਵੈਬਸਾਈਟ ਬੰਦ ਕਰ ਦਿੱਤੀ, ਉਸ ਤੋਂ ਬਾਅਦ ਡਾਟਾ ਵੈਨਿਸ਼ ਹੋ ਜਾਏਗਾ, ਨਹੀਂ ਮਿਲੇਗਾ ਦੁਬਾਰਾ। ਠੀਕ ਹੈ। ਸੈਕਿੰਡ ਥਿੰਗ ਸੈਸ਼ਨਸ ਦੇ ਬਾਰੇ ਜੋ ਤੁਸੀਂ ਯਾਦ ਰੱਖਣੀ ਉਹ ਇਹ ਹੈ ਕਿ ਸੈਸ਼ਨਸ ਨੂੰ ਕ੍ਰੀਏਟ ਵੀ ਕੀਤਾ ਜਾ ਸਕਦਾ ਹੈ ਐਂਡ ਸੈਸ਼ਨ ਨੂੰ ਡਿਸਟਰੋਏ ਵੀ ਕੀਤਾ ਜਾ ਸਕਦਾ ਹੈ। ਕੁਕੀ ਤੋਂ ਡਿਫਰੈਂਟ ਹੈ ਇਹ। ਕੁਕੀ ਦੇ ਵਿੱਚ ਅਸੀਂ ਸਿਰਫ ਕੁਕੀ ਕ੍ਰੀਏਟ ਕਰ ਸਕਦੇ ਸੀ, ਬਟ ਸੈਸ਼ਨ ਅਸੀਂ ਕ੍ਰੀਏਟ ਵੀ ਕਰ ਸਕਦੇ ਹਾਂ ਅਤੇ ਡਿਸਟਰੋਏ ਵੀ। ਕੁਕੀ ਨੂੰ ਡਿਸਟਰੋਏ ਨਹੀਂ ਕਰ ਸਕਦੇ ਸੀ, ਕੁਕੀ ਨੂੰ ਅਸੀਂ ਡਿਲੀਟ ਕਰਨ ਦੇ ਲਈ ਜਸਟ ਉਹਦੀ ਟਾਈਮਿੰਗ ਘਟਾ ਦਿੰਦੇ ਸੀ, ਬਟ ਸੈਸ਼ਨ ਦੇ ਲਈ ਅਸੀਂ ਉਹਨੂੰ ਅਗਰ ਡਿਲੀਟ ਕਰਨਾ ਹੈ ਤਾਂ ਉਹਦੇ ਲਈ ਸਾਨੂੰ ਸੈਸ਼ਨ ਡਿਲੀਟ ਕਰਨ ਦੇ ਲਈ ਵੀ ਫੰਕਸ਼ਨ ਅਵੇਲੇਬਲ ਹੈ, ਸੇਮ ਲਾਈਕ ਸੈਸ਼ਨ ਕ੍ਰੀਏਟ ਕਰਨ ਦੇ ਲਈ ਫੰਕਸ਼ਨ ਹੈ। ਠੀਕ ਹੈ। ਨੈਕਸਟ ਚੀਜ਼ ਜਿਹੜਾ ਸੈਸ਼ਨ ਹੈ ਉਹ HTTP ਪ੍ਰੋਟੋਕੋਲ ਦੀ ਹੈਲਪ ਦੇ ਨਾਲ ਵਰਕ ਕਰਦਾ ਹੈ। ਸੋ ਅਗਰ HTTP ਪ੍ਰੋਟੋਕੋਲ ਦੀ ਗੱਲ ਕਰੀਏ ਤਾਂ ਉਹ ਸਟੇਟਲੈਸ ਪ੍ਰੋਟੋਕੋਲ ਹੈ। ਸਟੇਟਲੈਸ ਕਿਉਂ ਕਹਿੰਦੇ ਇਹਨੂੰ, ਕਿਉਂਕਿ ਇਹ ਇੱਕ ਵੈਬਸਾਈਟ ਤੋਂ ਦੂਸਰੀ ਵੈਬਸਾਈਟ ਦੇ ਵਿੱਚ ਡਾਟਾ ਟ੍ਰਾਂਸਫਰ ਨਹੀਂ ਕਰਦਾ। ਮੋਰ ਓਵਰ ਇਹ ਮਲਟੀਪਲ ਰਿਕੁਐਸਟ ਸੇਮ ਯੂਜ਼ਰ ਨੇ ਅਗਰ ਸੈਂਡ ਕਰਨੀ ਹੋ, ਲਾਈਕ ਮੈਂ ਇੱਕ ਰਿਕੁਐਸਟ ਭੇਜੀ ਜੀ, ਇੱਕ ਪੇਜ ਓਪਨ ਕਰ, ਦੂਸਰੀ ਰਿਕੁਐਸਟ ਭੇਜੀ ਮੈਂ ਉਸੇ ਪੇਜ ਦੇ ਵਿੱਚ ਕੋਈ ਅਗਰ ਮੈਨਿਊ ਓਪਨ ਕਰਨਾ, ਦੈਨ ਉਹ ਵਾਲੀ ਰਿਕੁਐਸਟ ਜਿਹੜੀਆਂ ਨੇ ਸੇਮ, ਉਹਨੂੰ ਨਹੀਂ ਪਤਾ ਲੱਗਦਾ ਕਿ ਸੇਮ ਯੂਜ਼ਰ ਨੇ ਕੀਤੀ ਹੈ ਕਿ ਡਿਫਰੈਂਟ ਯੂਜ਼ਰਸ ਨੇ ਕੀਤੀਆਂ ਨੇ। ਉਸ ਕੇਸ ਦੇ ਵਿੱਚ ਸਾਨੂੰ ਸੈਸ਼ਨ ਦੀ ਜ਼ਰੂਰਤ ਪੈਂਦੀ ਹੈ HTTP ਪ੍ਰੋਟੋਕੋਲ ਦੇ ਨਾਲ। ਹੋਏਗਾ ਕਿ ਬੇਸਿਕਲੀ ਹੁੰਦਾ ਕੀ ਹੈ ਕਿ ਅਗਰ ਮੈਂ ਲੈਟਸ ਇਮੈਜਿਨ ਇੱਕ ਮੈਂ ਜੀਮੇਲ ID ਲੌਗਇਨ ਕਰਨੀ ਹੈ, ਉਸ ਕੇਸ 'ਚ ਮੈਂ ਜੀਮੇਲ ID ਅਗਰ ਲੌਗਇਨ ਕਰਨੀ ਹੈ ਦੈਨ ਮੈਂ ਪਹਿਲਾਂ ਰਿਕੁਐਸਟ ਕਰਾਂਗੀ gmail.com ਪੇਜ ਓਪਨ ਕਰਨ ਦੇ ਲਈ। ਉਹ ਪੇਜ ਓਪਨ ਹੋ ਗਿਆ, ਠੀਕ ਹੈ, ਰਿਸਪੌਂਡ ਆ ਗਿਆ। ਉਸ ਤੋਂ ਬਾਅਦ ਮੈਂ ਆਪਣਾ ਯੂਜ਼ਰ ਨੇਮ ਐਂਡ ਪਾਸਵਰਡ ਫਿਲ ਕਰਾਂਗੀ ਐਂਡ ਦੈਨ ਲੌਗਇਨ 'ਤੇ ਕਲਿੱਕ ਕਰਾਂਗੀ। ਜਦੋਂ ਲੌਗਇਨ 'ਤੇ ਕਲਿੱਕ ਕੀਤਾ ਉਹਨੇ ਨੈਕਸਟ ਪੇਜ 'ਤੇ ਮੈਨੂੰ ਮੂਵ ਕਰਵਾਉਣਾ ਐਂਡ ਬਾਈ ਡਿਫੋਲਟ ਮੇਰਾ ਉੱਥੇ ਯੂਜ਼ਰ ਨੇਮ ਮਤਲਬ ਮੇਰੀ ਜੀਮੇਲ ID ਐਂਡ ਮੇਰਾ ਜੋ ਨੇਮ ਮੈਂ ਉਹਦਾ ਜੀਮੇਲ ID ਦਾ ਰੱਖਿਆ ਉਹ ਸ਼ੋ ਹੁੰਦਾ। ਬਟ ਇਮੈਜਿਨ ਕਰੋ ਅਗਰ ਇਹ ਨਾ ਹੁੰਦਾ, ਫੋਰ ਐਗਜ਼ਾਮਪਲ ਅਗਰ ਜੇ ਅਸੀਂ ਸੈਸ਼ਨ ਨਹੀਂ ਯੂਜ਼ ਕਰਦੇ ਦੈਨ ਕੀ ਹੋਣਾ ਸੀਗਾ, ਉਸ ਟਾਈਮ ਤੁਹਾਨੂੰ ਹਰ ਪੇਜ ਦੇ ਉੱਤੇ ਆਪਣਾ ਯੂਜ਼ਰ ਨੇਮ ਐਂਡ ਆਪਣਾ ਪਾਸਵਰਡ ਹਰ ਪੇਜ ਤੇ ਫਿਲ ਕਰਨਾ ਪੈਣਾ ਸੀ। ਮਤਲਬ ਲੌਗਇਨ ਕਰਨ ਦੇ ਟਾਈਮ ਤੇ ਫਿਲ ਕੀਤਾ, ਉਸ ਤੋਂ ਬਾਅਦ ਨੈਕਸਟ ਪੇਜ ਨੂੰ ਜਦੋਂ ਓਪਨ ਕੀਤਾ ਹੈ, ਮਤਲਬ ਆਪਣਾ ਇਨਬੌਕਸ ਖੁੱਲ੍ਹਦਾ ਹੈ, ਤਾਂ ਇਨਬੌਕਸ ਖੋਲ੍ਹਣ ਦੇ ਲਈ ਅਗੇਨ ਸਭ ਤੋਂ ਪਹਿਲਾਂ ਸਾਨੂੰ ਯੂਜ਼ਰ ਨੇਮ ਐਂਡ ਪਾਸਵਰਡ ਫਿਲ ਕਰਨਾ ਪੈਣਾ ਸੀ। ਓਕੇ ਕਰਦੇ ਦੈਨ ਨੀਚੇ ਇਨਬੌਕਸ ਖੁੱਲ੍ਹਣਾ ਸੀ। ਇਨਬੌਕਸ 'ਚ ਕੋਈ ਮੇਲ ਓਪਨ ਕਰਨੀ ਹੈ, ਉੱਤੇ ਕਲਿੱਕ ਕਰੋ, ਅਗੇਨ ਉਹ ਪੁੱਛੇਗਾ ਯੂਜ਼ਰ ਨੇਮ ਐਂਡ ਪਾਸਵਰਡ ਫਿਲ ਕਰੋ, ਫਿਰ ਤੁਹਾਡੀ ਮੇਲ ਓਪਨ ਹੋਏਗੀ। ਮਤਲਬ ਹਰ ਵਾਰ ਯੂਜ਼ਰ ਨੂੰ ਆਪਣੇ ਲੌਗਇਨ ਕ੍ਰੈਡੈਂਸ਼ੀਅਲਸ ਫਿਲ ਕਰਨੇ ਪੈਂਦੇ ਆ ਅਗਰ ਸੈਸ਼ਨ ਨਹੀਂ ਯੂਜ਼ ਹੁੰਦਾ। ਇਸ ਕਰਕੇ HTTP ਦੇ ਨਾਲ ਉਹਨਾਂ ਨੇ ਸੈਸ਼ਨ ਨੂੰ ਯੂਜ਼ ਕਰਨਾ ਸਟਾਰਟ ਕੀਤਾ। ਵਰਕਿੰਗ 'ਚ ਕੀ ਹੈ ਬੇਸਿਕਲੀ, ਅਗਰ HTTP ਦੀ ਵਰਕਿੰਗ ਦੇਖੀਏ ਤਾਂ ਇਹੀ ਹੈ ਕਿ ਕਲਾਇੰਟ ਰਿਕੁਐਸਟ ਕਰੇਗਾ ਐਂਡ ਸਰਵਰ ਰਿਸਪੌਂਡ ਕਰੇਗਾ। ਬਟ ਅਗਰ ਸੈਸ਼ਨ ਦੀ ਗੱਲ ਕਰੀਏ ਤਾਂ ਸੈਸ਼ਨ ਦੀ ਵਰਕਿੰਗ 'ਚ ਕੀ ਹੈ, ਕਲਾਇੰਟ ਨੇ ਰਿਕੁਐਸਟ ਕੀਤੀ ਹੈ, ਸਰਵਰ ਰਿਸਪੌਂਡ ਕਰੇਗਾ, ਬਟ ਉਹਦੇ ਨਾਲ ਹੀ ਉਹ ਇੱਕ ਸੈਸ਼ਨ ID ਦੇਗਾ। ਕੁਕੀਜ਼ ਦੇ ਵਿੱਚ ਕੁਕੀ ID ਮਿਲਦੀ ਸੀ, ਕਿਉਂ? ਕਿਉਂਕਿ ਅਸੀਂ ਇੱਕ ਕੁਕੀ ਸੈੱਟ ਕਰਦੇ ਸੀ। ਬਟ ਸੈਸ਼ਨ ਕੀ ਹੈ, ਕੁਛ ਟਾਈਮ ਪੀਰੀਅਡ ਅਸੀਂ ਡਿਫਾਈਨ ਕਰ ਦਿੱਤਾ ਕਿ ਇੰਨੇ ਟਾਈਮ ਪੀਰੀਅਡ ਦੇ ਵਿੱਚ ਮੈਂ ਇਸ ਪੇਜ ਤੋਂ ਜਦੋਂ ਵੀ ਕੁਛ ਖੋਲਾਂ ਤਾਂ ਉਹਦੇ ਨਾਲ ਡਿਫਰੈਂਟ ਕੁਕੀਜ਼ ਇਨੀਸ਼ੀਅਲਾਈਜ਼ ਹੋਣ। ਇੱਕ ਕੁਕੀ ਦੀ ਗੱਲ ਨਹੀਂ ਕਰ ਰਹੀ, ਮਲਟੀਪਲ ਕੁਕੀਜ਼ ਨੂੰ ਅਗਰ ਕੰਬਾਈਨ ਕਰਦੀ ਦੈਨ ਇੱਕ ਸੈਸ਼ਨ ਕ੍ਰੀਏਟ ਕੀਤਾ ਜਾ ਸਕਦਾ। ਠੀਕ ਹੈ। ਸੋ ਉਹਨੇ ਹੁਣ ਇੱਕ ਸੈਸ਼ਨ ID ਬੇਸਿਕਲੀ ਇਹ ਕਹਿ ਸਕਦੇ ਹੋ ਕਿ ਇੱਕ ਕੁਕੀ ਇੱਕ ਫਾਈਲ ਹੈ ਐਂਡ ਕਿੰਨੀਆਂ ਬੜੀਆਂ ਫਾਈਲਸ ਨੂੰ ਅਸੀਂ ਇੱਕ ਡਾਇਰੈਕਟਰੀ ਇੱਕ ਫੋਲਡਰ 'ਚ ਰੱਖੀਏ ਐਂਡ ਉਹ ਫੋਲਡਰ ਕੀ ਹੈ, ਉਹ ਹੈ ਸੈਸ਼ਨ। ਠੀਕ ਹੈ। ਤਾਂ ਉਹਦਾ ਜਿਹੜਾ ਫੋਲਡਰ ਹੈ ਉਹਦਾ ਨਾਮ ਵੀ ਕੋਈ ਨਾ ਕੋਈ ਯੂਨੀਕ ID ਹੋਏਗੀ, ਉਹ ਹੈ ਸੈਸ਼ਨ ID। ਜਦੋਂ ਕਲਾਇੰਟ ਨੇ ਰਿਕੁਐਸਟ ਕੀਤੀ ਰਿਸੋਰਸ ਦੀ ਤਾਂ ਸਰਵਰ ਨੇ ਇੱਕ ਰਿਸਪੌਂਡ ਬੈਕ ਦਿੱਤਾ, ਉਹਦੇ ਨਾਲ ਉਹਨੇ ਸੈਸ਼ਨ ਦੀ ID ਦੇ ਦਿੱਤੀ। ਸੋ ਨੈਕਸਟ ਟਾਈਮ ਜਦੋਂ ਵੀ ਕਲਾਇੰਟ ਰਿਕੁਐਸਟ ਕਰੇਗਾ ਆਪਣੇ ਯੂਜ਼ਰ ਨੇਮ ਐਂਡ ਪਾਸਵਰਡ ਜੋ ਇਸ ਉਹਨੇ ਰਿਕੁਐਸਟ 'ਤੇ ਸੈਂਡ ਕੀਤੇ ਸੀ ਉਹ ਬਾਰ-ਬਾਰ ਸੈਂਡ ਕਰਨ ਦੀ ਜ਼ਰੂਰਤ ਨਹੀਂ ਹੈ।
ਉਹ ਸਿਰਫ ਸੈਸ਼ਨ ਆਈਡੀ ਸੈਂਡ ਕਰੇਗਾ, ਉਹਨੂੰ ਸਾਰੇ ਜੋ ਵੀ ਕ੍ਰੈਡੈਂਸ਼ੀਅਲਸ ਸੀਗੇ, ਮਤਲਬ ਸਿਕਿਉਰਿਟੀ ਪਰਪਸ ਦੇ ਲਈ ਜੋ ਚੀਜ਼ਾਂ ਚਾਹੀਦੀਆਂ ਸੀ ਉਹ ਸਾਰੀਆਂ ਯੂਜ਼ਰ ਸਰਵਰ ਦੇ ਕੋਲ ਆਲਰੇਡੀ ਹੈ। ਸੋ ਉਹ ਜਿਹੜੀ ਵੀ ਅਸੀਂ ਰਿਕੁਐਸਟ ਕੀਤੀ ਸੀਗੀ ਆਪਣਾ ਪੇਜ ਓਪਨ ਕਰਨ ਦੇ ਲਈ ਅਲੋਂਗ ਵਿਦ ਸੈਸ਼ਨ ਆਈਡੀ, ਉਹ ਰਿਕੁਐਸਟ ਫੁਲਫਿਲ ਕਰ ਦਿੰਦਾ ਸੈਸ਼ਨ ਆਈਡੀ ਦੇ ਨਾਲ। ਮੋਰਓਵਰ ਜਿਹੜਾ ਸਾਡਾ ਕੁਕੀ ਸੀਗਾ, ਕੁਕੀ ਕਲਾਇੰਟ ਸਾਈਡ ਤੇ ਸੇਵ ਹੁੰਦਾ ਸੀ, ਸਰਵਰ ਸਾਈਡ ਤੇ ਉਹਦੀ ਸਿਰਫ ਆਈਡੀ ਹੁੰਦੀ ਸੀ ਕੁਕੀ ਦੀ। ਬਟ ਜਿਹੜਾ ਸਾਡਾ ਸੈਸ਼ਨ ਹੈ ਉਹ ਸਰਵਰ ਸਾਈਡ ਤੇ ਵੀ ਹੁੰਦਾ ਹੈ ਐਂਡ ਕਲਾਇੰਟ ਸਾਈਡ ਤੇ ਵੀ ਹੁੰਦਾ। ਮਤਲਬ ਸੈਸ਼ਨ ਨੇ ਦੋਨੋਂ ਸਾਈਡ ਤੇ ਸੇਵ ਹੋਣਾ, ਬਟ ਮੋਸਟਲੀ ਜਿਹੜਾ ਸੈਸ਼ਨ ਹੈ ਉਹ ਅਸੀਂ ਸਰਵਰ ਸਾਈਡ ਤੋਂ ਪ੍ਰੈਫਰ ਕਰਦੇ ਹਾਂ ਲੈਣਾ। ਕਲਾਇੰਟ ਸਾਈਡ ਵਾਲਾ ਸੈਸ਼ਨ ਅਸੀਂ ਨਹੀਂ ਯੂਜ਼ ਕਰਦੇ। ਕਿਉਂ? ਕਿਉਂਕਿ ਕਲਾਇੰਟ ਸਾਈਡ ਤੇ ਸੈਸ਼ਨ ਉਦੋਂ ਹੀ ਆਉਂਦਾ ਜਿਸ ਟਾਈਮ ਤੇ ਸਰਵਰ ਨੇ ਉਹਨੂੰ ਕੋਈ ਨਾ ਕੋਈ ਸੈਸ਼ਨ ਆਈਡੀ ਦੇ ਦਿੱਤੀ। ਇਨੀਸ਼ੀਅਲੀ ਕਲਾਇੰਟ ਦੇ ਕੋਲ ਕੋਈ ਸੈਸ਼ਨ ਆਈਡੀ ਨਹੀਂ ਸੀ, ਸਰਵਰ ਨੇ ਦਿੱਤੀ ਹੈ। ਸੋ ਬੇਸਿਕਲੀ ਸਰਵਰ ਦੇ ਉੱਤੇ ਸੈਸ਼ਨ ਸਟੋਰ ਹੁੰਦਾ ਹੈ ਐਂਡ ਕਲਾਇੰਟ ਦੇ ਉੱਤੇ ਕੁਕੀ ਆਈਡੀ ਸਟੋਰ ਹੁੰਦੀ ਹੈ। ਸੈਕਿੰਡ ਥਿੰਗ, ਕੁਕੀ ਦੇ ਲਈ ਅਸੀਂ $_cookie ਨਾਮ ਦਾ ਇੱਕ ਗਲੋਬਲ ਵੇਰੀਏਬਲ ਯੂਜ਼ ਕਰਦੇ ਸੀ। ਸੈਸ਼ਨ ਦੇ ਲਈ ਅਸੀਂ $_session ਨਾਮ ਦਾ ਇੱਕ ਗਲੋਬਲ ਵੇਰੀਏਬਲ ਯੂਜ਼ ਕਰਦੇ ਹਾਂ। ਠੀਕ ਹੈ, ਹੁਣ ਇਹ ਸੀ ਸਾਰਾ ਥਿਓਰੈਟਿਕ ਪਾਰਟ। ਹੁਣ ਪ੍ਰੈਕਟੀਕਲ ਪਾਰਟ ਦੀ ਅਗਰ ਗੱਲ ਕਰੀਏ ਤਾਂ ਸੈਸ਼ਨ ਕਿੱਦਾਂ ਕ੍ਰੀਏਟ ਕੀਤਾ ਜਾਂਦਾ। ਅਗਰ ਸੈਸ਼ਨ ਨੂੰ ਸਟਾਰਟ ਕਰਨਾ ਤਾਂ ਉਹਦੇ ਲਈ session_start ਨਾਮ ਦਾ ਇੱਕ ਫੰਕਸ਼ਨ ਹੈ ਜੋ ਅਸੀਂ ਯੂਜ਼ ਕਰਦੇ ਹਾਂ। ਇਹ ਤੁਹਾਡੇ MCQ ਦੇ ਵਿੱਚ ਵੀ ਸੀਗਾ, MST ਦੇ ਵਿੱਚ। ਠੀਕ ਹੈ, session_start ਨਾਮ ਦਾ ਇੱਕ ਫੰਕਸ਼ਨ ਹੈ ਜਿਹੜਾ ਅਸੀਂ ਯੂਜ਼ ਕਰਦੇ ਹਾਂ ਸਟਾਰਟ ਕਰਨ ਦੇ ਲਈ ਸੈਸ਼ਨ ਨੂੰ। ਇਹ ਕਰਦਾ ਕੀ ਹੈ ਬੇਸਿਕਲੀ, ਜਦੋਂ ਅਸੀਂ ਇਹ ਫੰਕਸ਼ਨ ਸਟਾਰਟਿੰਗ ਤੇ ਜਿੱਦਾਂ ਕੁਕੀ ਦਾ ਕੰਮ ਸੀ ਨਾ, ਸਾਰੇ ਕੋਡ ਤੋਂ ਪਹਿਲਾਂ ਕੁਕੀ ਵਾਲਾ ਕੋਡ ਹੋਣਾ ਚਾਹੀਦਾ, ਸੇਮ ਇੱਦਾਂ ਹੀ ਸੈਸ਼ਨ ਵਾਲਾ ਕੋਡ ਵੀ ਸਭ ਤੋਂ ਉੱਪਰ ਹੋਣਾ ਚਾਹੀਦਾ। ਸੈਕਿੰਡ ਥਿੰਗ, ਜਦੋਂ ਵੀ ਉਹਨੂੰ ਕੰਪਾਈਲਰ ਨੂੰ ਇਹ ਵਾਲਾ ਪਾਰਟ ਮਿਲਦਾ ਹੈ, ਇਹ ਲਾਈਨ ਮਿਲਦੀ ਹੈ ਕਿਤੇ, ਤਾਂ ਉਹ ਕਰਦਾ ਕਿ ਚੈੱਕ ਕਰਦਾ ਕਿ ਆਲਰੇਡੀ ਸੈਸ਼ਨ ਕ੍ਰੀਏਟਡ ਤਾਂ ਨਹੀਂ ਹੈ। ਅਗਰ ਕ੍ਰੀਏਟਡ ਹੈ ਮਤਲਬ ਸੈਸ਼ਨ ਸਟਾਰਟ ਹੋ ਚੁੱਕਾ ਹੈ ਆਲਰੇਡੀ, ਦੈਨ ਉਸੇ ਸੈਸ਼ਨ ਦੀ ਆਈਡੀ ਯੂਜ਼ ਕਰ ਲਵੇ। ਅਗਰ ਨਹੀਂ ਹੈ ਦੈਨ ਉਹ ਸੈਸ਼ਨ ਸਟਾਰਟ ਕਰ ਦੇਵੇ। ਬੇਸਿਕਲੀ ਇਹਦਾ ਕੰਮ ਇਹ ਹੈ ਕਿ ਸੈਸ਼ਨ ਸਟਾਰਟ ਹੋਣਾ ਚਾਹੀਦਾ। ਜੇ ਆਲਰੇਡੀ ਸਟਾਰਟਡ ਹੈ ਫਿਰ ਉਹਨੇ ਕਹਿਣਾ ਵੀ ਠੀਕ ਹੈ ਐਕਟਿਵ ਕਰ ਦਿਓ, ਅਗਰ ਨਹੀਂ ਸਟਾਰਟਡ ਦੈਨ ਉਹਨੇ ਕਹਿਣਾ ਕਿ ਨਵਾਂ ਸਟਾਰਟ ਕਰੋ ਤੇ ਐਕਟਿਵ ਕਰੋ। ਹੁਣ ਅਗਰ ਇਹਦੀ ਪ੍ਰੈਕਟੀਕਲ ਐਗਜ਼ਾਮਪਲ ਦੇਖੀਏ ਤਾਂ ਇੱਕ ਤਾਂ ਜੀਮੇਲ ਆਈਡੀ ਐਗਜ਼ਾਮਪਲ ਹੋ ਗਈ। ਦੂਸਰੀ ਚੀਜ਼, ਅਸੀਂ ਫੋਨ ਦੇ ਵਿੱਚ ਅਗਰ ਆਪਣਾ WhatsApp ਆਪਾਂ ਕਰ ਰਹੇ ਹਾਂ ਔਨ, ਠੀਕ ਹੈ, ਉਸ ਟਾਈਮ ਤੇ ਅਸੀਂ ਫੋਨ ਨੰਬਰ ਅਸੀਂ ਫਿਲ ਕਰਦੇ ਹਾਂ ਆਪਣਾ WhatsApp ਦੇ ਲਈ। ਠੀਕ ਹੈ, ਆਪਣਾ ਜੀਮੇਲ ਆਈਡੀ ਅਗਰ ਕਨੈਕਟ ਕਰਨੀ ਆ ਉਹ ਫਿਲ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਓਕੇ ਕਰਕੇ ਨੈਕਸਟ ਕਰਕੇ ਆਪਣਾ WhatsApp ਇੰਸਟਾਲ ਕਰ ਲੈਣਾ, ਪੂਰਾ ਚੱਲ ਪੈਂਦਾ। ਠੀਕ ਹੈ, ਹੁਣ ਉਹ ਸੈਸ਼ਨ ਕੀ ਹੈ, ਉਸ ਕੇਸ ਦੇ ਵਿੱਚ ਸੈਸ਼ਨ ਬਣ ਜਾਂਦਾ ਕਿ ਜਦੋਂ ਤੱਕ ਮੈਂ WhatsApp ਨੂੰ ਉੱਥੋਂ ਦੀ ਨਹੀਂ ਡਿਸਟਰੋਏ ਕਰਦੀ, ਨਹੀਂ ਉੱਥੋਂ ਮੈਂ ਆਪਣਾ ਲੌਗ ਆਊਟ ਕਰਦੀ WhatsApp ਆਈਡੀ, ਉਦੋਂ ਤੱਕ ਮੇਰਾ WhatsApp ਉੱਥੇ ਓਪਨ ਰਹੇਗਾ। ਮਤਲਬ ਸਾਰਾ ਕੰਟਰੋਲ ਯੂਜ਼ਰ ਦੇ ਹੈਂਡ ਵਿੱਚ ਹੈ। ਜਦੋਂ ਯੂਜ਼ਰ ਕਹੇਗਾ ਕਿ ਸੈਸ਼ਨ ਨੂੰ ਡਿਸਟਰੋਏ ਕਰ, ਉਸ ਟਾਈਮ ਤੇ ਹੀ ਡਿਸਟਰੋਏ ਹੋਏਗਾ, ਆਪਣੇ ਆਪ ਟਾਈਮਿੰਗ ਦੇ ਅਕੋਰਡਿੰਗ ਨਹੀਂ ਡਿਸਟਰੋਏ ਹੋਏਗਾ। ਠੀਕ ਹੈ, ਨੈਕਸਟ ਪਾਰਟ ਇਹਦੇ ਬਾਰੇ, $_session ਨਾਮ ਦਾ ਇੱਕ ਵੇਰੀਏਬਲ ਸੀ, ਉਹਦੇ ਅਕੋਰਡਿੰਗ ਅਸੀਂ ਆਹ ਵੇਰੀਏਬਲ ਦਾ ਨੇਮ ਹੈ ਐਂਡ ਉਹਦੀ ਵੈਲਿਊ ਅਸੀਂ ਨਾਲ ਦੇ ਦਿੱਤੀ। ਸੇਮ ਸੈਸ਼ਨ ਦਾ ਇੱਕ ਸੈਕਿੰਡ ਵੇਰੀਏਬਲ ਬਣਾਇਆ, ਫੇਵਰੇਟ ਸਬਜੈਕਟ, ਉਹਦੀ ਇੱਕ ਵੈਲਿਊ ਦੇ ਦਿੱਤੀ। ਮਤਲਬ ਵੇਰੀਏਬਲ ਨੇਮ ਐਂਡ ਵੇਰੀਏਬਲ ਵੈਲਿਊ। ਵੇਰੀਏਬਲ ਕਿਸ ਟਾਈਪ ਦਾ ਹੈ? ਸੈਸ਼ਨ ਟਾਈਪ ਦਾ। ਮਤਲਬ ਸੈਸ਼ਨ ਦੇ ਨਾਲ ਜਦੋਂ ਸੈਸ਼ਨ ਸਟਾਰਟ ਹੋਏਗਾ ਉਸ ਟਾਈਮ ਤੇ ਹੀ ਇਹ ਵੇਰੀਏਬਲ ਅਸੈਸ ਹੋਣਗੇ। ਠੀਕ ਹੈ, ਬਾਕੀ ਸਾਰਾ HTML ਦਾ ਕੋਡ ਹੈ, PHP ਜਸਟ ਉਹਨਾਂ ਨੇ ਲਿਖਿਆ ਵੀ ਕਿੱਦਾਂ ਕਿੱਦਾਂ ਯੂਜ਼ ਹੋਣਾ। ਅਗਰ ਇਹਦੀ ਆਊਟਪੁੱਟ ਦੇਖੀ ਜਾਏ ਤਾਂ ਕੁਝ ਇਸ ਤਰ੍ਹਾਂ ਆਏਗੀ। ਪਹਿਲਾਂ ਸੈਸ਼ਨ ਸਟਾਰਟ ਹੋਇਆ, ਉਹਨੇ ਨੈਕਸਟ ਦੇਖਿਆ HTML ਦਾ ਕੋਡ ਹੈ ਵਗੈਰਾ ਵਗੈਰਾ, ਅੱਗੇ ਗਏ, ਉਸ ਤੋਂ ਬਾਅਦ ਉਹਨੇ ਦੇਖਿਆ ਕਿ ਇੱਕ ਸੈਸ਼ਨ ਦਾ ਵੇਰੀਏਬਲ ਫੇਵਰੇਟ ਪਬਲਿਸ਼ਰ ਉਹਨਾਂ ਨੇ ਇਨੀਸ਼ੀਅਲਾਈਜ਼ ਕਰਨਾ ਹੈ ਐਂਡ ਉਹਦਾ ਨਾਮ ਹੈ ਈਗਲ ਪ੍ਰੋਡਕਸ਼ਨਸ। ਸੈਕਿੰਡ ਥਿੰਗ, ਉਹਨੇ ਸੈਕਿੰਡ ਵੇਰੀਏਬਲ ਬਣਾਇਆ ਫੇਵਰੇਟ ਸਬਜੈਕਟ ਐਂਡ ਉਹਦਾ ਨਾਮ ਹੈ PHP, ਉਹ ਉਹਨੇ ਡਿਕਲੇਅਰ ਕਰ ਦਿੱਤਾ। ਦੈਨ ਇਕੋ ਕੀ ਕਰ ਰਿਹਾ ਉਹ, ਵੈਲਕਮ ਟੂ ਸੈਸ਼ਨ ਕਲਾਸ, ਉਹਨੇ ਪ੍ਰਿੰਟ ਕਰ ਦਿੱਤਾ। BR ਟੈਗ ਮੀਨਸ ਨੈਕਸਟ ਲਾਈਨ 'ਚ ਆਏਗਾ। ਉਸ ਤੋਂ ਬਾਅਦ all session variables are set, that's all। ਅਗਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਸੈਸ਼ਨ ਦਾ, ਦੈਨ ਤੁਸੀਂ ਇਹ ਸਿੰਪਲ ਇਹ ਵਾਲਾ ਪ੍ਰੋਗਰਾਮ ਬਣਾ ਕੇ ਵੀ ਆਪਣਾ ਸੈਸ਼ਨ ਕ੍ਰੀਏਟ ਕਰਕੇ ਉਹਨਾਂ ਨੂੰ ਦਿਖਾ ਸਕਦੇ ਹੋ ਐਂਡ ਇਸ ਤਰ੍ਹਾਂ ਦੀ ਆਊਟਪੁੱਟ ਆਏਗੀ, ਉਹਨਾਂ ਨੂੰ ਦੱਸ ਸਕਦੇ ਹੋ। ਬਾਈ ਚਾਂਸ ਅਗਰ ਅਗਲੇ ਕਹਿੰਦੇ ਨੇ ਕਿ ਹਾਊ ਯੂ ਕੈਨ ਯੂਜ਼ ਸੈਸ਼ਨ ਵੇਰੀਏਬਲਸ, ਦੈਨ ਉਸ ਕੇਸ ਦੇ ਵਿੱਚ ਤੁਹਾਨੂੰ ਸੈਸ਼ਨ ਵੇਰੀਏਬਲ ਯੂਜ਼ ਕਰਕੇ ਦਿਖਾਉਣਾ ਪਏਗਾ। ਹੁਣ ਇਹਨਾਂ ਨੇ ਤੁਹਾਡੀ ਬੁੱਕ ਦੇ ਵਿੱਚ ਐਗਜ਼ਾਮਪਲ ਦਿੱਤੀ ਹੋਈ ਹੈ ਇੱਕ ਕਾਊਂਟਰ ਵੇਰੀਏਬਲ ਯੂਜ਼ ਕਰਨ ਦੀ। ਬੇਸਿਕਲੀ ਹੈ ਕਿ ਫਸਟ ਟਾਈਮ ਤੁਸੀਂ ਇੱਕ ਵੈਬਸਾਈਟ ਤੇ ਲੌਗਇਨ ਕੀਤਾ, ਉੱਥੇ ਲਿਖਿਆ ਆ ਗਿਆ ਯੂ ਵਿਜ਼ਿਟਡ ਦਿਸ ਵੈਬਸਾਈਟ ਫਸਟ ਟਾਈਮ। ਸੈਕਿੰਡ ਟਾਈਮ ਕੀਤਾ, ਯੂ ਵਿਜ਼ਿਟਡ ਦਿਸ ਵੈਬਸਾਈਟ ਸੈਕਿੰਡ ਟਾਈਮ। ਥਰਡ ਟਾਈਮ ਕੀਤਾ 3 ਆ ਗਿਆ, ਫੋਰਥ ਟਾਈਮ ਕੀਤਾ 4 ਆ ਗਿਆ। ਬੇਸਿਕਲੀ ਕਾਊਂਟਰ ਰੱਖਿਆ ਵੀ ਕਿੰਨੀ ਵਾਰੀ ਅਸੀਂ ਉਸ ਵੈਬਸਾਈਟ ਨੂੰ ਲੌਗਇਨ ਕੀਤਾ ਜਾਂ ਫਿਰ ਕਿੰਨੀ ਵਾਰੀ ਅਸੀਂ ਉਸ ਵੈਬਸਾਈਟ ਦੇ ਪੇਜ ਨੂੰ ਰਿਫਰੈਸ਼ ਕੀਤਾ, ਵਿਜ਼ਿਟ ਕੀਤਾ। ਠੀਕ ਹੈ, ਉਹਦੇ ਲਈ ਇਹਨਾਂ ਨੇ ਕਾਊਂਟਰ ਵੇਰੀਏਬਲ ਯੂਜ਼ ਕੀਤਾ। ਹੁਣ ਹੈ ਕਿ ਇਹਦੇ ਵਿੱਚ ਸੈਸ਼ਨ ਸਟਾਰਟ ਕੀਤਾ ਉਹਨਾਂ ਨੇ, ਉਸ ਤੋਂ ਬਾਅਦ ਉਹਨਾਂ ਨੇ ਚੈੱਕ ਕੀਤਾ ਕਿ ਸੈਸ਼ਨ ਦੇ ਵਿੱਚ ਕੋਈ ਕਾਊਂਟਰ ਨਾਮ ਦਾ ਵੇਰੀਏਬਲ ਇਨੀਸ਼ੀਅਲਾਈਜ਼ ਕੀਤਾ ਹੋਇਆ ਕਿ ਨਹੀਂ। ਇਨੀਸ਼ੀਅਲੀ ਅਗਰ ਦੇਖੀਏ ਅਸੀਂ ਕਾਊਂਟਰ ਨਾਮ ਦਾ ਕੋਈ ਵੇਰੀਏਬਲ ਇਨੀਸ਼ੀਅਲਾਈਜ਼ ਨਹੀਂ ਕੀਤਾ। ਸੋ ਹੋਏਗਾ ਕਿ
इफ वाला पार्ट नहीं चलेगा, एल्स वाला पार्ट चलेगा। एल्स वाले पार्ट 'ਚ ਕੀ ਕਿਹਾ ਉਹਨਾਂ ਨੇ, ਉਹ ਕਹਿੰਦੇ ਜੀ ਸਾਡਾ ਜਿਹੜਾ ਕਾਊਂਟਰ ਨਾਮ ਦਾ ਵੇਰੀਏਬਲ ਹੈ ਉਹਨੂੰ ਇਨੀਸ਼ੀਅਲਾਈਜ਼ ਕਰ ਦਿਓ ਵਿਦ ਵੈਲਿਊ 1, ਮਤਲਬ ਇਨੀਸ਼ੀਅਲੀ ਕਾਊਂਟਰ ਦੀ ਵੈਲਿਊ ਹੋ ਗਈ ਇਜ਼ ਇਕੁਅਲ ਟੂ 1। ਉਸ ਤੋਂ ਬਾਅਦ ਮੈਸੇਜ ਪ੍ਰਿੰਟ ਹੋਏਗਾ ਯੂ ਹੈਵ ਵਿਜ਼ਿਟਡ ਦਿਸ ਪੇਜ, ਇਹਦੀ ਵੈਲਿਊ ਕਿੰਨੀ ਹੈ 1 ਟਾਈਮ ਇਨ ਦਿਸ ਸੈਸ਼ਨ, ਫਸਟ ਟਾਈਮ ਇਹ ਵਾਲਾ ਮੈਸੇਜ ਪ੍ਰਿੰਟ ਹੋਏਗਾ। ਸੋ ਇਹ ਵਿਜ਼ਿਟਡ ਦਿਸ, ਇਹਨਾਂ ਨੇ 3 ਵਾਰ ਰਿਫਰੈਸ਼ ਕੀਤਾ, ਹਜੇ ਰਹਿਣ ਦਿਓ, ਠੀਕ ਹੈ, ਅਸੀਂ ਬਾਅਦ 'ਚ ਦੇਖਦੇ ਹਾਂ ਅੱਗੇ ਕੀ ਹੈ। ਉਸ ਤੋਂ ਬਾਅਦ ਇਕੋ ਕੀਤਾ ਮੈਸੇਜ, ਮੈਸੇਜ ਵਿੱਚ ਆ ਸਾਰਾ ਪਾਰਟ ਅਸੀਂ ਕਨਕੈਟੀਨੇਟ ਕੀਤਾ ਹੋਇਆ, ਫੰਕਸ਼ਨ ਯੂਜ਼ ਕੀਤਾ, ਮਤਲਬ ਲਾਈਨ ਪੂਰੀ ਆਏਗੀ ਯੂ ਹੈਵ ਵਿਜ਼ਿਟਡ ਦਿਸ ਪੇਜ 1 ਟਾਈਮ ਇਨ ਦਿਸ ਸੈਸ਼ਨ। ਇਕੋ ਮਾਈ ਫੇਵਰੇਟ ਪਬਲਿਸ਼ਰ ਇਜ਼, ਉਸ ਤੋਂ ਬਾਅਦ ਫੇਵਰੇਟ ਪਬਲਿਸ਼ਰ ਦਾ ਨਾਮ ਜੋ ਅਸੀਂ ਪਹਿਲਾਂ ਆਲਰੇਡੀ ਕ੍ਰੀਏਟ ਕੀਤਾ ਉਹ ਵਾਲਾ। ਸੈਕਿੰਡ ਥਿੰਗ ਐਂਡ ਮਾਈ ਫੇਵਰੇਟ ਸਬਜੈਕਟ ਇਜ਼ ਦਿਸ, ਜੋ ਵੀ ਫੇਵਰੇਟ ਸਬਜੈਕਟ ਦਾ ਨਾਮ ਅਸੀਂ ਪਹਿਲਾਂ ਪਿਛਲੇ ਵਾਲੇ ਪ੍ਰੋਗਰਾਮ 'ਚ ਦਿੱਤਾ ਉਹ ਵਾਲਾ। ਉਸ ਤੋਂ ਬਾਅਦ ਉਹਨੇ ਬੰਦ ਕਰ ਦਿੱਤਾ। ਆ ਹੋਇਆ ਇੱਕ ਵਾਰ। ਅਗਰ ਇੱਕ ਵਾਰ ਚਲਾਓਗੇ ਦੈਨ ਪ੍ਰਿੰਟ ਸਿਰਫ ਇਹੀ ਹੋਏਗਾ ਯੂ ਹੈਵ ਵਿਜ਼ਿਟਡ ਦਿਸ ਪੇਜ 1 ਟਾਈਮ ਇਨ ਦਿਸ ਸੈਸ਼ਨ, ਮਾਈ ਫੇਵਰੇਟ ਪਬਲਿਸ਼ਰ ਇਜ਼ ਦਿਸ, ਸਾਰਾ ਕੁਛ ਆਹੀ ਆਏਗਾ, ਬਸ ਇੱਥੇ 1 ਆਏਗਾ। ਦੂਸਰੀ ਵਾਰ ਪੇਜ ਤੁਸੀਂ ਰਿਫਰੈਸ਼ ਕੀਤਾ, ਉੱਥੇ 1 ਦੀ ਜਗ੍ਹਾ 2 ਹੋ ਗਿਆ ਕਾਊਂਟਰ। ਤੀਸਰੀ ਵਾਰ ਪੇਜ ਰਿਫਰੈਸ਼ ਕੀਤਾ, 2 ਦੀ ਜਗ੍ਹਾ 3 ਹੋ ਗਿਆ ਕਾਊਂਟਰ। ਫੋਰਥ ਟਾਈਮ ਕੀਤਾ ਤਾਂ 4 ਹੋ ਗਿਆ। ਇਸੇ ਤਰੀਕੇ ਨਾਲ ਇਹ ਕਾਊਂਟਰ ਇਨਕਰੀਮੈਂਟ ਹੁੰਦਾ ਰਹਿੰਦਾ। ਕਿਉਂ? ਕਿਉਂਕਿ ਅਸੀਂ ਇੱਥੇ ਇਨਕਰੀਮੈਂਟ ਦਾ ਕੋਡ ਲਗਾਇਆ। ਅਗਰ ਤੱਕ ਆਲਰੇਡੀ ਕਾਊਂਟਰ ਵੇਰੀਏਬਲ ਦੀ ਵੈਲਿਊ ਇਨੀਸ਼ੀਅਲਾਈਜ਼ ਕੀਤੀ ਹੋਈ ਅਸੀਂ ਸੈਸ਼ਨ ਦੇ ਵਿੱਚ, ਦੈਨ ਉਹਨੇ ਇੱਕ ਇਨਕਰੀਮੈਂਟ ਕਰਨਾ ਸੀ ਨਾ, ਪਲੱਸ ਇਕੁਅਲ ਟੂ ਕਰਨਾ ਸੀ, ਦੈਟਸ ਵਾਈ ਉਹ ਇਨਕਰੀਮੈਂਟ ਕਰ ਰਿਹਾ ਉਹਦੀ ਵੈਲਿਊ ਨੂੰ। ਨੈਕਸਟ ਪਾਰਟ ਟਾਈਮ ਆਊਟ ਇਨ ਸੈਸ਼ਨ। ਸੈਸ਼ਨਸ ਦੇ ਵਿੱਚ ਟਾਈਮ ਆਊਟ ਅਗਰ ਕਰਨਾ ਹੈ ਤਾਂ ਉਹਦੇ ਲਈ ਕਿੱਦਾਂ ਕਰ ਸਕਦੇ ਹਾਂ ਅਸੀਂ। ਇਹਨਾਂ ਨੇ ਇੱਕ ਲੌਗਇਨ ਪੇਜ ਬਣਾਇਆ, ਠੀਕ ਹੈ। ਲੌਗਇਨ ਪੇਜ ਦੇ ਵਿੱਚ ਉਹਨਾਂ ਨੇ ਆਹ ਤੇ ਸਾਰਾ ਸਿੰਪਲ HTML ਕੋਡ ਹੀ ਹੈ, ਮਤਲਬ ਉਹਦੇ ਵਿੱਚ ਇੱਕ ਇਹਨਾਂ ਨੇ ਟੇਬਲ ਦੇ ਵਿੱਚ ਲੈਫਟ ਸਾਈਡ ਤੇ ਯੂਜ਼ਰ ਨੇਮ ਲਿਖਤਾ, ਰਾਈਟ ਸਾਈਡ ਤੇ ਇੱਕ ਟੈਕਸਟ ਬਾਕਸ ਲਗਾ ਦਿੱਤਾ, ਇੱਕ ਪਾਸਵਰਡ ਫੀਲਡ ਲਿਆ, ਉਹਦੀ ਪਾਸਵਰਡ ਦੀ ਵੈਲਿਊ ਲੈ ਲਈ ਐਂਡ ਸਬਮਿਟ ਬਟਨ। ਬੇਸਿਕਲੀ ਜੋ ਅਸੀਂ ਨੋਰਮਲ ਪੇਜ ਅਸੀਂ ਬਣਾਏ ਦਾ ਲੌਗਇਨ ਪੇਜ ਵਾਲਾ ਉਹੀ ਹੈ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕੀਤਾ ਕੀ ਹੈ, ਪਹਿਲਾਂ ਚੈੱਕ ਕੀਤਾ ਕਿ ਪੋਸਟ ਲੌਗਇਨ ਆਲਰੇਡੀ ਹੈ ਜਾਂ ਨਹੀਂ ਹੈ। ਪੋਸਟ ਦੇ ਨਾਲ ਮਤਲਬ ਬੇਸਿਕਲੀ ਲੌਗਇਨ ਬਟਨ ਤੇ ਕਲਿੱਕ ਕੀਤਾ ਹੈ ਜਾਂ ਨਹੀਂ, ਨੇਮ ਕੀ ਸੀਗਾ ਇਹਦਾ ਲੌਗਇਨ, ਸੋ ਉਸ ਬਟਨ ਤੇ ਅਗਰ ਕਲਿੱਕ ਕੀਤਾ ਹੈ ਦੈਨ ਅਗਲਾ ਕੰਮ ਕਰਨਾ ਹੈ। ਐਕਸਕਿਊਜ਼ ਮੀ ਮੈਮ। ਹਾਂਜੀ ਹਾਂਜੀ ਮੈਮ ਕੁਝ ਨਹੀਂ ਮੈਮ, ਉਹ ਵਿੱਚ ਸਕਰੀਨ ਬਲੈਕ ਹੋ ਗਈ ਸੀ। ਓਕੇ 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 ਹੁਣ ਸਹੀ ਹੈ ਮੈਮ, ਹੁਣ ਸਹੀ ਮੈਮ। ਠੀਕ ਹੈ ਜੀ। ਅੱਛਾ, ਇਹਨਾਂ ਨੇ ਕੀਤਾ ਕੀ ਹੈ, ਚੈੱਕ ਕੀਤਾ ਕਿ ਲੌਗਇਨ ਬਟਨ ਦੇ ਕਲਿੱਕ ਕਰਨ ਤੇ ਹੀ ਰਿਕੁਐਸਟ ਸਾਡੇ ਇਸ PHP ਦੇ ਸਕ੍ਰਿਪਟ ਵਿੱਚ ਆਈ ਹੈ ਕਿ ਨਹੀਂ, ਇਹ ਚੈੱਕ ਕੀਤਾ। ਅਗਰ ਤਾਂ ਯੈਸ, ਅਸੀਂ ਲੌਗਇਨ ਬਟਨ ਤੇ ਕਲਿੱਕ ਕਰਦੇ ਹਾਂ, ਲੌਗਇਨ ਬਟਨ ਦਾ ਨਾਮ ਕੀ ਹੈ, ਸਬਮਿਟ ਯੂਜ਼ਰ ਨੂੰ ਸ਼ੋ ਹੋਏਗਾ, ਉਹਦੀ ਵੈਲਿਊ ਹੈ ਸਾਈਨ ਇਨ, ਬਟ ਬਟਨ ਦਾ ਨਾਮ ਅਸੀਂ ਜੋ ਵੇਰੀਏਬਲ ਨੇਮ ਰੱਖਿਆ ਉਹ ਹੈ ਲੌਗਇਨ, ਸੋ ਅਸੀਂ ਇੱਥੇ ਲੌਗਇਨ ਲਿਖਿਆ। ਹੁਣ ਉਹਨਾਂ ਨੇ ਕੀ ਕੀਤਾ, ਇੱਕ ਵੇਰੀਏਬਲ ਡਿਕਲੇਅਰ ਕੀਤਾ, ਉਹਦੇ ਵਿੱਚ ਟੈਕਸਟ ਫੀਲਡ ਦੀ ਵੈਲਿਊ ਜੋ ਸਾਡਾ ਯੂਜ਼ਰ ਨੇਮ ਸੀ ਟੈਕਸਟ ਵਾਲਾ, ਯੂਜ਼ਰ ਨੇਮ ਦੀ ਵੈਲਿਊ ਗਈ। ਉਸ ਤੋਂ ਬਾਅਦ ਸੈਕਿੰਡ ਵੇਰੀਏਬਲ ਬਣਾਇਆ, ਉਹਦੇ ਵਿੱਚ ਪਾਸਵਰਡ ਦੀ ਵੈਲਿਊ ਕੀ, ਦਿਸ ਵਨ, ਪਾਸਵਰਡ ਦੀ ਵੈਲਿਊ। ਦੈਨ ਉਹਨਾਂ ਨੇ ਕੀ ਕੀਤਾ, ਇੱਕ ਸੈਸ਼ਨ ਕ੍ਰੀਏਟ ਕੀਤਾ ਯੂਜ਼ਰ ਨਾਮ ਦਾ, ਉਹਦੇ ਵਿੱਚ ਵੈਲਿਊ ਕੀ ਕਰ ਦਿੱਤੀ, ਯੂਜ਼ਰ ਨੇਮ ਦੀ ਸੈਂਡ ਕਰਤੀ। ਮਤਲਬ ਸੈਸ਼ਨ ਵੇਰੀਏਬਲ ਦੇ ਵਿੱਚ ਯੂਜ਼ਰ ਨਾਮ ਦਾ ਜੋ ਸੈਸ਼ਨ ਵੇਰੀਏਬਲ ਹੋਏਗਾ ਸੈਸ਼ਨ ਟਾਈਪ ਦਾ, ਉਹਦੀ ਵੈਲਿਊ ਉਹਨਾਂ ਨੇ ਕਰਤੀ ਯੂਜ਼ਰ ਨੇਮ। ਐਂਡ ਸੈਸ਼ਨ ਦੇ ਵਿੱਚ ਹੀ ਸਟਾਰਟ ਨਾਮ ਦਾ ਇੱਕ ਵੇਰੀਏਬਲ ਹੈ, ਉਹਦੇ ਵਿੱਚ ਉਹਨਾਂ ਨੇ ਟਾਈਮਿੰਗ ਦਿੱਤੀ ਹੈ। ਹੁਣ ਟਾਈਮਿੰਗ ਕੀ ਹੈ, ਕਰੰਟ ਟਾਈਮ, ਜੋ ਹੁਣ ਦਾ ਟਾਈਮ ਹੈ। ਅਗਰ ਇਹਦੇ ਵਿੱਚ ਮੈਂ +60 ਲਿਖਦੀ ਦੈਨ ਕਰੰਟ ਟਾਈਮ +60 ਸੈਕਿੰਡ, ਮਤਲਬ 1 ਮਿੰਟ ਬਾਅਦ, ਬਟ ਮੈਂ ਕਰੰਟ ਟਾਈਮ ਦੀ ਗੱਲ ਕਰ ਰਹੀ ਹਾਂ, ਦੈਟਸ ਵਾਈ ਇੱਥੇ ਟਾਈਮ ਫੰਕਸ਼ਨ ਯੂਜ਼ ਕੀਤਾ। ਸੇਮ ਲਾਈਕ ਕੁਕੀਜ਼ ਦੇ ਵਿੱਚ ਅਸੀਂ ਟਾਈਮ ਫੰਕਸ਼ਨ ਯੂਜ਼ ਕੀਤਾ ਸੀ, ਉਹੀ ਵਾਲਾ ਫੰਕਸ਼ਨ ਹੈ ਇੱਥੇ। ਨੈਕਸਟ ਹੈ ਸੈਸ਼ਨ। ਉਹਨਾਂ ਨੇ ਇੱਕ ਹੋਰ ਵੇਰੀਏਬਲ ਡਿਕਲੇਅਰ ਕੀਤਾ ਐਕਸਪਾਇਰ ਕਰਨ ਦੇ ਲਈ, ਦੱਸਣ ਦੇ ਲਈ ਕਿ ਜਦੋਂ ਵੀ ਸੈਸ਼ਨ ਸਟਾਰਟ ਹੋਇਆ ਸੀ, ਠੀਕ ਹੈ, ਸਟਾਰਟਿੰਗ ਟਾਈਮ ਹੈ ਕਰੰਟ ਟਾਈਮ +1 × 60 ਮੀਨਸ 1 ਮਿੰਟ ਬਾਅਦ ਸੈਸ਼ਨ ਡਿਸਟਰੋਏ ਹੋ ਜਾਏ ਆਪਣੇ ਆਪ, ਅਗਰ ਮੈਂ ਆਪਣੇ ਆਪ ਡਿਸਟਰੋਏ ਕਰਨਾ ਚਾਹੁੰਦੀ ਹਾਂ ਤਾਂ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਹੈਡਰ ਦੇ ਵਿੱਚ ਦੱਸ ਦਿੱਤਾ ਕਿ ਲੋਕੇਸ਼ਨ ਹੈਗੀ ਹੈ, ਇਹ ਕੁਛ ਸਪੈਸੀਫਿਕ ਨਹੀਂ ਹੈ, ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹ ਵਾਲੀ ਲਾਈਨ, ਬਸ ਸੈਸ਼ਨ ਕ੍ਰੀਏਟ ਹੋ ਗਿਆ ਸਾਡਾ। ਹੁਣ ਉਸ ਤੋਂ ਬਾਅਦ ਕੀ ਹੈ, ਅਗਰ ਇਹ ਵਾਲਾ ਪਾਰਟ ਲੌਗਇਨ ਬਟਨ ਤੇ ਕਲਿੱਕ ਨਹੀਂ ਹੁੰਦਾ ਦੈਨ ਉਹ ਕਰ ਦੇਗਾ ਪ੍ਰਿੰਟ ਕਿ ਤੁਸੀਂ ਲੌਗਇਨ ਬਟਨ ਤੇ ਕਲਿੱਕ ਨਹੀਂ ਕੀਤਾ, ਐਂਟਰ ਕਰੋ ਯੂਜ਼ਰ ਨੇਮ ਐਂਡ ਪਾਸਵਰਡ ਅਗੇਨ, ਠੀਕ ਹੈ। ਹੁਣ ਇਹਦੀ ਅਗਰ ਆਊਟਪੁੱਟ ਦੀ ਗੱਲ ਕਰੀਏ, ਅਸੀਂ ਕੀ ਕੀਤਾ ਸੀ, ਸਟਾਰਟਿੰਗ ਤੇ ਟਾਈਮਿੰਗ ਸਟਾਰਟ ਹੋਣੀ ਹੈ ਕਰੰਟ ਟਾਈਮ ਤੋਂ ਐਂਡ ਐਂਡ ਹੋਏਗਾ ਸੈਸ਼ਨ 1 ਮਿੰਟ ਬਾਅਦ। ਸੋ ਫਸਟ ਟਾਈਮ ਮੈਂ ਆਪਣਾ ਯੂਜ਼ਰ ਨੇਮ ਐਂਡ ਪਾਸਵਰਡ ਕੁਝ ਫਿਲ ਕੀਤਾ, ਸਾਈਨ ਇਨ ਕੀਤਾ, ਉਹ ਕ੍ਰੀਏਟ ਹੋ ਗਿਆ ਸੈਸ਼ਨ, ਠੀਕ ਹੈ। ਅਸੀਂ ਕੋਈ ਇਕੋ ਨਹੀਂ ਕਰਵਾ ਰਹੇ ਇੱਥੇ, ਪ੍ਰਿੰਟ ਨਹੀਂ ਕਰਵਾ ਰਹੇ। ਅਗਰ ਤੁਸੀਂ ਇੱਥੇ ਇਕੋ ਕਰਵਾ ਦਿਓ ਸੈਸ਼ਨ ਕ੍ਰੀਏਟਿਡ, ਦੈਨ ਉਹ ਇੱਥੇ ਸ਼ੋ ਕਰ ਦੇਗਾ ਨੀਚੇ ਕਿ ਸੈਸ਼ਨ ਕ੍ਰੀਏਟਿਡ, ਠੀਕ ਹੈ। ਉਸ ਤੋਂ ਬਾਅਦ ਜਿੱਦਾਂ ਹੀ 1 ਮਿੰਟ ਖਤਮ ਹੋਏਗਾ, ਤੁਹਾਨੂੰ ਕੁਝ ਨਹੀਂ ਸ਼ੋ ਹੋਣਾ, ਉਹਨੇ ਦੁਬਾਰਾ ਇੱਥੇ ਲਾਈਨ ਸਿੰਪਲੀ ਪ੍ਰਿੰਟ ਹੋ ਜਾਣੀ, ਤੁਹਾਨੂੰ ਨਹੀਂ ਪੁੱਛਣਾ ਉਹਨੇ ਵੀ ਮੈਂ ਸੈਸ਼ਨ ਡਿਸਟਰੋਏ ਕਰ ਦਿੱਤਾ, ਜਸਟ ਨੈਕਸਟ ਲਾਈਨ ਦੇ ਵਿੱਚ ਇਹ ਲਾਈਨ ਪ੍ਰਿੰਟ ਹੋ ਜਾਏਗੀ,
ਪਲੀਜ਼ ਐਂਟਰ ਦਾ ਯੂਜ਼ਰ ਨੇਮ ਐਂਡ ਪਾਸਵਰਡ ਅਗੇਨ। 1 ਮਿੰਟ ਤੋਂ ਬਾਅਦ ਐਕਸਪਲੇਨੇਸ਼ਨ ਇੱਥੇ ਗਿਵਨ ਹੈ, ਆਫਟਰ 1 ਮਿੰਟ ਟਾਈਮ ਆਊਟ ਆਪਣੇ ਆਪ ਹੋ ਜਾਏਗਾ ਐਂਡ ਉਹ ਦੱਸ ਦੇਗਾ ਕਿ ਹਾਂਜੀ ਸੈਸ਼ਨ ਕ੍ਰੀਏਟ ਹੋਇਆ ਸੀ, ਬੰਦ ਹੋ ਗਿਆ ਹੈ, ਤੁਸੀਂ ਦੁਬਾਰਾ ਹੁਣ ਉਹਨੂੰ ਮਤਲਬ ਐਲਜ਼ ਵਾਲਾ ਪਾਰਟ ਚਲਾਏਗਾ ਦੱਸਣ ਦੇ ਲਈ ਕਿ ਤੁਸੀਂ ਦੁਬਾਰਾ ਸੈਸ਼ਨ ਕ੍ਰੀਏਟ ਕਰਨਾ ਚਾਹੋ ਤਾਂ ਕਰ ਸਕਦੇ ਹੋ। ਠੀਕ ਹੈ, ਨੈਕਸਟ ਪਾਰਟ ਯੂ ਕੈਨ ਸਕਿਪ ਦਿਸ। ਇਹ ਸੇਮ ਉਸੇ ਕੋਡ ਨੂੰ ਦੁਬਾਰਾ ਲਿਖਣ ਦਾ ਮੈਥਡ ਦੱਸਿਆ ਉਹਨਾਂ ਨੇ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਹੋ। ਨੈਕਸਟ ਪਾਰਟ ਇਜ਼ ਮਲਟੀਪਲ ਸਰਵਰ ਸਾਈਡ ਸੈਸ਼ਨਸ। ਅਸੀਂ ਮਲਟੀਪਲ ਸੈਸ਼ਨਸ ਕ੍ਰੀਏਟ ਕਰ ਸਕਦੇ ਹਾਂ ਕਿ ਨਹੀਂ। ਅਗਰ ਅਸੀਂ ਮਲਟੀਪਲ ਸੈਸ਼ਨ ਕ੍ਰੀਏਟ ਕਰਨੇ ਇਟ ਮੀਨਸ ਅਸੀਂ ਇੱਕ ਬਰਾਊਜ਼ਰ ਤੇ ਐਗਜ਼ਾਮਪਲ ਅਸੀਂ ਲੈ ਸਕਦੇ ਇੱਕ ਬਰਾਊਜ਼ਰ ਤੇ ਮਲਟੀਪਲ ਜੀਮੇਲ ਆਈਡੀਜ਼ ਲੌਗਇਨ ਕਰ ਰਹੇ ਹਾਂ। ਠੀਕ ਹੈ, ਜੀਮੇਲ ਆਈਡੀਜ਼ ਤੇ ਲੌਗਇਨ ਰਹਿੰਦੀਆਂ ਹੀ ਨੇ। ਠੀਕ ਹੈ, ਬਟ ਹਾਂ ਇੱਦਾਂ ਹੁੰਦਾ ਕਈ ਵਾਰ ਅਸੀਂ ਜੀਮੇਲ ਆਈਡੀਜ਼ ਅਗਰ ਮਲਟੀਪਲ ਲੌਗਇਨ ਕੀਤੀਆਂ ਨੇ, ਅਗਰ ਮੈਂ ਇੱਕ ਵੀ ਜੀਮੇਲ ਆਈਡੀ ਨੂੰ ਲੌਗ ਆਊਟ ਕਰਾਂ ਤਾਂ ਉਹ ਸਾਰੀਆਂ ਜੀਮੇਲ ਆਈਡੀਜ਼ ਨੂੰ ਲੌਗ ਆਊਟ ਕਰ ਦਿੰਦਾ ਐਂਡ ਦੈਨ ਮੈਨੂੰ ਦੁਬਾਰਾ ਲੌਗਇਨ ਬਟਨ ਤੇ ਲੌਗਇਨ ਕਰਨਾ ਪੈਂਦਾ ਜੀਮੇਲ ਆਈਡੀ ਨੂੰ, ਅਗਰ ਕੋਈ ਹੋਰ ਜੀਮੇਲ ਆਈਡੀ ਵੀ ਯੂਜ਼ ਕਰਨੀ ਹੈ। ਦੈਨ ਉਹ ਬੇਸਿਕਲੀ ਸਰਵਰ ਸਾਈਡ ਸੈਸ਼ਨਸ ਹੀ ਕ੍ਰੀਏਟ ਹੋਏ ਆ, ਮਲਟੀਪਲ ਹੋਏ ਆ। ਇੱਕ ਵਾਰ ਸੈਸ਼ਨ ਕ੍ਰੀਏਟ ਕਰਨਾ ਸਭ ਦੇ ਲਈ ਅਲੱਗ ਯੂਜ਼ਰ, ਅਲੱਗ ਨੇਮ, ਮਤਲਬ ਸੈਸ਼ਨ ਦੀ ਆਈਡੀ ਸਭ ਦੀ ਵੱਖਰੀ ਵੱਖਰੀ ਹੋਏਗੀ, ਸੇਮ ਲਾਈਕ ਜੀਮੇਲ ਆਈਡੀ ਸਭ ਦੀ ਵੱਖਰੀ ਵੱਖਰੀ ਹੋਏਗੀ। ਬਟ ਹਾਂ ਅਗਰ ਤੁਸੀਂ ਇੱਕ ਵੀ ਸੈਸ਼ਨ ਨੂੰ ਡਿਸਟਰੋਏ ਕਰੋਗੇ ਤਾਂ ਉਸ ਕੇਸ ਦੇ ਵਿੱਚ ਬਾਕੀ ਸਾਰੇ ਵੀ ਡਿਸਟਰੋਏ ਹੋ ਜਾਣਗੇ। ਐਂਡ ਵਨ ਮੋਰ ਥਿੰਗ ਬੁੱਕ ਵਿੱਚ ਨਹੀਂ ਗਿਵਨ, ਨੋਟ ਕਰ ਲਓ ਕਿ ਸੈਸ਼ਨ ਨੂੰ ਡਿਸਟਰੋਏ ਕਰਨਾ ਹੋਏ ਤਾਂ ਉਹਦੇ ਲਈ ਸੈਸ਼ਨ ਡਿਸਟਰੋਏ ਕਰਨ ਦਾ ਮੈਥਡ ਵੀ ਯੂਜ਼ ਕੀਤਾ ਜਾਂਦਾ ਐਂਡ ਦੈਟ ਮੈਥਡ ਇਜ਼ ਸੈਸ਼ਨ ਅੰਡਰਸਕੋਰ ਡਿਸਟਰੋਏ। ਜਿਸ ਤਰ੍ਹਾਂ ਸੈਸ਼ਨ ਅੰਡਰਸਕੋਰ ਸਟਾਰਟ ਨਾਮ ਦਾ ਮੈਥਡ ਹੈ, ਮੈਂ ਲਿਖ ਕੇ ਦਿੰਦੀ ਦੇਖ ਲਓ, ਸੈਸ਼ਨ ਅੰਡਰਸਕੋਰ ਡਿਸਟਰੋਏ ਨਾਮ ਦਾ ਮੈਥਡ ਹੈ ਜੋ ਅਸੀਂ ਯੂਜ਼ ਕਰਦੇ ਹਾਂ ਸੈਸ਼ਨ ਨੂੰ ਡਿਸਟਰੋਏ ਕਰਨ ਦੇ ਲਈ। ਇੱਕ ਮੈਥਡ ਤੇ ਅਸੀਂ ਆਹ ਕੀਤਾ ਨਾ ਉਹਨੇ ਕਿ ਅਸੀਂ ਟਾਈਮਿੰਗ ਹੀ ਉਹਦੀ ਵਧਾ ਦਿੱਤੀ ਐਂਡ ਟਾਈਮਿੰਗ ਦੇ ਨਾਲ ਉਹ ਆਪਣੇ ਆਪ ਡਿਸਟਰੋਏ ਹੋ ਗਿਆ ਆਫਟਰ 1 ਮਿੰਟ। ਠੀਕ ਹੈ, ਦੂਸਰਾ ਮੈਥਡ ਇਹ ਹੈ ਕਿ ਅਸੀਂ ਸੈਸ਼ਨ ਨੂੰ ਡਿਸਟਰੋਏ ਕਰ ਦਈਏ, ਮਤਲਬ ਕੁਛ ਟਾਈਮਰ ਲਗਾ ਦਈਏ, ਫੋਰ ਲੂਪ ਲਗਾ ਦਈਏ, 3 ਵਾਰ ਲਾਈਨ ਪ੍ਰਿੰਟ ਹੋਵੇ, 4 ਵਾਰ ਲਾਈਨ ਪ੍ਰਿੰਟ ਹੋਏ, ਉਸ ਤੋਂ ਬਾਅਦ 5ਵੀਂ ਵਾਰ ਜਦੋਂ ਫੋਰ ਲੂਪ ਤੋਂ ਬਾਹਰ ਆਏ ਨਾਲ ਹੀ ਉਹ ਸੈਸ਼ਨ ਡਿਸਟਰੋਏ ਕਰ ਦੇ। ਕੁਛ ਇਸ ਤਰ੍ਹਾਂ ਦਾ ਵੀ ਕੋਡ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ ਆਪਣੀ, ਇੱਕ ਵਾਰ ਤੁਸੀਂ ਨੈਟ ਤੇ ਚੈੱਕ ਕਰ ਲਿਓ ਸੈਸ਼ਨ ਡਿਸਟਰੋਏ ਨਾਮ ਦਾ ਮੈਥਡ ਜਿਹੜਾ ਕਿੱਦਾਂ ਯੂਜ਼ ਹੁੰਦਾ। ਸੈਸ਼ਨ ਦੇ ਬਾਰੇ ਯਾਦ ਕਰਨ ਵਾਲੀ ਚੀਜ਼ਾਂ ਜੋ ਮੇਨ ਹੈ ਉਹ ਇੱਕ ਵਾਰ ਯਾਦ ਕਰ ਲਓ। ਫਸਟ ਥਿੰਗ, ਸੈਸ਼ਨ ਜਿਹੜਾ ਅਸੀਂ ਕ੍ਰੀਏਟ ਕਰਦੇ ਹਾਂ, ਸੈਸ਼ਨ ਬੇਸਿਕਲੀ ਸਟੋਰ ਕਰਨਾ ਜਾਂ ਪਾਸ ਕਰਨਾ ਇਨਫੋਰਮੇਸ਼ਨ ਇੱਕ ਪੇਜ ਤੋਂ ਦੂਸਰੇ ਪੇਜ ਤੇ ਜਾਂ ਇੱਕ ਵੈਬਸਾਈਟ ਤੋਂ ਦੂਸਰੀ ਵੈਬਸਾਈਟ ਤੇ। ਬਟ ਕਦੋਂ ਤੱਕ ਰਹੇਗੀ, ਜਦੋਂ ਤੱਕ ਮੇਰਾ ਉਹ ਬਰਾਊਜ਼ਰ ਜਾਂ ਉਹ ਵੈਬਸਾਈਟ ਓਪਨ ਰਹੇਗੀ ਉਦੋਂ ਤੱਕ ਹੀ ਮੇਰਾ ਸੈਸ਼ਨ ਕ੍ਰੀਏਟਡ ਰਹੇਗਾ। ਸੈਕਿੰਡ ਥਿੰਗ, ਸੈਸ਼ਨ ਜਿਹੜਾ ਹੈ ਉਹ ਸਾਡਾ ਸਰਵਰ ਸਾਈਡ ਤੇ ਕ੍ਰੀਏਟ ਹੁੰਦਾ, ਸਰਵਰ ਸਾਈਡ ਤੇ ਹੀ ਸਟੋਰ ਹੁੰਦਾ, ਕਲਾਇੰਟ ਸਾਈਡ ਤੇ ਨਹੀਂ ਹੁੰਦਾ। ਠੀਕ ਹੈ, ਥਰਡ ਥਿੰਗ, ਜਿਹੜਾ ਅਸੀਂ ਇੱਕ ਬਰਾਊਜ਼ਰ ਦੇ ਵਿੱਚ ਮਲਟੀਪਲ ਸੈਸ਼ਨਸ ਕ੍ਰੀਏਟ ਕਰ ਸਕਦੇ ਹਾਂ। ਐਂਡ ਨੈਕਸਟ ਥਿੰਗ ਹੈ ਕਿ ਜਿਹੜੇ ਅਸੀਂ ਮੋਸਟਲੀ ਅਗਰ ਐਗਜ਼ਾਮਪਲ ਦੇਣੀ ਹੈ ਉਸ ਕੇਸ 'ਚ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਜਿਹੜੀ ਸ਼ੋਪਿੰਗ ਵੈਬਸਾਈਟ 'ਤੇ ਆਪਾਂ ਲੌਗਇਨ ਕਰਦੇ ਹਾਂ ਜਾਂ ਇੱਕ ਬਰਾਊਜ਼ਰ 'ਤੇ ਮਲਟੀਪਲ ਜੀਮੇਲ ਆਈਡੀਜ਼ ਲੌਗਇਨ ਕਰਦੇ ਹਾਂ, ਇਹ ਸਾਰੀਆਂ ਸੈਸ਼ਨਸ ਦੇ ਕਰਕੇ ਹੀ ਹੈ। ਠੀਕ ਹੈ, ਨੈਕਸਟ ਪਾਰਟ ਇਹਦੇ ਬਾਰੇ ਯਾਦ ਰੱਖਣਾ ਹੈ ਕਿ ਸੈਸ਼ਨ ਨੂੰ ਅਗਰ ਸਟਾਰਟ ਕਰਨਾ ਤਾਂ ਉਹਦੇ ਲਈ ਸੈਸ਼ਨ ਅੰਡਰਸਕੋਰ ਸਟਾਰਟ ਨਾਮ ਦਾ ਫੰਕਸ਼ਨ ਅਸੀਂ ਯੂਜ਼ ਕਰਦੇ ਹਾਂ। ਸੈਸ਼ਨ ਦੇ ਲਈ ਅਸੀਂ ਅਗਰ ਵੇਰੀਏਬਲ ਦੀ ਗੱਲ ਕਰੀਏ, ਸੈਸ਼ਨ ਵੇਰੀਏਬਲ ਡਿਕਲੇਅਰ ਕਰਨਾ ਹੈ ਤਾਂ ਉਹਦੇ ਲਈ $_session ਨਾਮ ਦਾ ਗਲੋਬਲ ਵੇਰੀਏਬਲ ਅਸੀਂ ਯੂਜ਼ ਕਰਦੇ ਹਾਂ। ਐਂਡ ਲਾਸਟ ਥਿੰਗ ਹੈ, ਸੈਸ਼ਨ ਨੂੰ ਅਗਰ ਡਿਸਟਰੋਏ ਕਰਨਾ ਹੈ ਤਾਂ ਸੈਸ਼ਨ ਅੰਡਰਸਕੋਰ ਡਿਸਟਰੋਏ ਬ੍ਰੈਕਟਸ ਵਾਲਾ ਫੰਕਸ਼ਨ ਯੂਜ਼ ਕਰਦੇ ਹਾਂ। ਕੁਝ 6-7 ਪੁਆਇੰਟਸ ਨੇ ਸੈਸ਼ਨ ਦੇ ਬਾਰੇ ਯਾਦ ਰੱਖਣ ਵਾਲੇ, ਬਸ ਇਹੀ ਮੇਨ ਚੀਜ਼ਾਂ ਯਾਦ ਰੱਖਣੀਆਂ। ਓਕੇ, ਕਲੀਅਰ? ओके, नेक्स्ट पार्ट है इस CMS। CMS बेसिकली है कि बेसिकली एक फ्रेमवर्क है। ਅਸੀਂ ਅਗਰ ਕਹੀਏ ਕਿ ਅਸੀਂ ਮੈਂ ਵੈਬਸਾਈਟ ਬਣਾਉਣੀ ਹੈ ਤਾਂ ਉਹਦੇ ਲਈ ਮੈਂ ਸਾਡੇ ਕੋਲ ਪ੍ਰੀ ਡਿਫਾਈਨਡ ਵੈਬਸਾਈਟਸ ਦੇ ਫਰੇਮਵਰਕ ਵੀ ਅਵੇਲੇਬਲ ਹੈ, ਮਤਲਬ ਪ੍ਰੀ ਡਿਫਾਈਨਡ ਫੋਰਮੈਟਸ ਅਵੇਲੇਬਲ ਹੈ। ਅਸੀਂ ਬਲੌਗਸ ਯੂਜ਼ ਕਰਦੇ, ਬਲੌਗਸ ਕ੍ਰੀਏਟ ਕਰਦੇ ਹਾਂ ਜਾਂ ਫਿਰ ਅਸੀਂ ਵਰਡਪ੍ਰੈਸ ਦੀ ਹੈਲਪ ਦੇ ਨਾਲ ਵੈਬਸਾਈਟ ਕ੍ਰੀਏਟ ਕਰਦੇ ਹਾਂ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ CMS ਹੀ ਹੈ। तो CMS ਦੇ ਵਿੱਚ ਬੇਸਿਕਲੀ 2 ਏਰੀਆਜ਼ ਆਉਂਦੇ ਆ, ਇੱਕ ਹੈ ECM, ਇੱਕ ਹੈ WCM। ECM ਕੀ ਹੈ, ਐਂਟਰਪ੍ਰਾਈਜ਼
ਕੰਟੈਂਟ ਮੈਨੇਜਮੈਂਟ ਐਂਡ WCM ਹੈ ਵੈਬ ਕੰਟੈਂਟ ਮੈਨੇਜਮੈਂਟ। ਹੁਣ ਇਹ ਦੋਨੋਂ ਕਿਸ ਕੰਮ ਲਈ ਯੂਜ਼ ਹੁੰਦੇ ਆ? ECM ਜਿਹੜਾ ਹੈ ਉਹ ਬੇਸਿਕਲੀ ਕੰਪਨੀਜ਼ ਯੂਜ਼ ਕਰਦੀਆਂ ਨੇ ਆਪਣੀ ਸਿਰਫ ਉਹਦੇ ਕੰਪਨੀ ਦੇ ਲਈ ਕੋਈ ਨਾ ਕੋਈ ਅਸੀਂ ਵੈਬਸਾਈਟ ਕ੍ਰੀਏਟ ਕਰਨੀ ਹੈ ਜਾਂ ਫਿਰ ਅਸੀਂ ਕੋਈ ਕੁਛ ਇਸ ਤਰ੍ਹਾਂ ਦੀ ਐਪ ਕ੍ਰੀਏਟ ਕਰਨੀ ਹੈ ਜਿਹੜੀ ਵੈਬ ਤੇ ਵੀ ਚੱਲੇ ਐਂਡ ਉੱਦਾਂ ਵੀ ਚੱਲੇ। ਉਹ ਉਸ ਕੇਸ ਦੇ ਵਿੱਚ ECM ਯੂਜ਼ ਕਰਦੀਆਂ ਕੰਪਨੀਜ਼ ਐਂਡ ਇਹ ਪੇਡ ਹੈ। ਜਿਹੜੀ WCM ਹੈ ਉਹ ਹੈ ਵੈਬ ਕੰਟੈਂਟ ਮੈਨੇਜਮੈਂਟ। ਇਹ ਅਸੀਂ ਯੂਜ਼ ਕਰਦੇ ਹਾਂ ਮੋਸਟਲੀ ਆਪਣੇ ਈ-ਕਾਮਰਸ ਦੀਆਂ ਵੈਬਸਾਈਟ ਬਣਾਉਣ ਦੇ ਲਈ ਜਾਂ ਫਿਰ ਔਨਲਾਈਨ ਕੋਈ ਵੀ ਸ਼ੋਪਿੰਗ ਔਨਲਾਈਨ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਔਨਲਾਈਨ ਸਟੱਡੀ ਕਰਨ ਦੀਆਂ ਵੈਬਸਾਈਟਸ ਜਿਹੜੀਆਂ ਉਹਨਾਂ ਦੇ ਲਈ ਅਸੀਂ WCM ਯੂਜ਼ ਕਰਦੇ ਹਾਂ। ਐਕਸਕਿਊਜ਼ ਮੀ ਮੈਮ। ਹਾਂਜੀ ਮੈਮ ਆ ਜਿਹੜੇ ਫਰੇਮਵਰਕਸ ਹੁੰਦੇ ਆ ਬਸ ਇਨਕਰੀਜ਼ ਕਰਦੇ ਕੈਪੇਬਿਲਿਟੀ ਜਿਹੜੀ ਵੀ ਅਗਰ ਆਪਾਂ ਯੂਜ਼ ਕਰਦੇ ਪਏ ਲੈਂਗੁਏਜ। ਹਾਂਜੀ ਐਗਜ਼ੈਕਟਲੀ। ਇਹ ਬੇਸਿਕਲੀ ਇਹੀ ਹੈ ਕਿ ਸਾਨੂੰ ਜ਼ਿਆਦਾ ਕੋਡ ਨਾ ਲਿਖਣਾ ਪਵੇ, ਸਾਨੂੰ ਬਣਿਆ ਬਣਾਇਆ ਕੋਡ ਮਿਲੇ, ਅਸੀਂ ਸਿਰਫ ਆਪਣਾ ਦੱਸੀਏ ਕਿ ਕਿਹੜਾ ਵੇਰੀਏਬਲ ਯੂਜ਼ ਕਰਨਾ। ਸੇਮ ਲਾਈਕ ਅਗਰ ਤੁਸੀਂ ਜਾਵਾ ਦੇ ਬਾਰੇ ਯਾਦ ਹੋਏ ਤਾਂ ਜਾਵਾ ਵਿੱਚ ਨੈਟਬੀਨਸ ਦੇ ਵਿੱਚ ਸਾਨੂੰ ਪ੍ਰੀ ਡਿਫਾਈਨਡ ਟੂਲਸ ਮਿਲਦੇ ਆ, ਜਾਂ ਫਿਰ ਅਗਰ ਪਾਈਥਨ ਦੀ ਗੱਲ ਕਰੀਏ ਉਹਦੇ ਲਈ ਵੀ ਕੋਈ ਨਾ ਕੋਈ GUI ਅਵੇਲੇਬਲ ਹੈ, ਤਾਂ ਉਹਦੇ ਵਿੱਚ ਸਾਨੂੰ ਟੂਲਸ ਡਾਇਰੈਕਟਲੀ ਅਸੀਂ ਡਰੈਗ ਐਂਡ ਡਰੋਪ ਕਰਕੇ ਵੀ ਯੂਜ਼ ਕਰ ਸਕਦੇ। ਸਾਨੂੰ ਆਪ ਨਹੀਂ ਕ੍ਰੀਏਟ ਕਰਨਾ ਪੈਂਦਾ ਵੀ ਟੂਲ ਇੱਦਾਂ ਦਾ ਦਿਖਣਾ ਚਾਹੀਦਾ ਹੈ, ਜਾਂ ਫਿਰ ਜੇ ਮੈਂ ਟੈਕਸਟ ਬੁੱਕਸ ਕਹਿ ਰਹੀ ਹਾਂ ਤਾਂ ਟੈਕਸਟ ਬੁੱਕਸ ਚੋਰਸ ਹੋਣਾ ਚਾਹੀਦਾ ਡੱਬੇ ਦੀ ਫੋਰਮ ਦੇ ਵਿੱਚ। ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਸਾਨੂੰ ਨਾ ਡਿਫਾਈਨ ਕਰਨੀਆਂ ਪੈਣ, ਉਹ ਪ੍ਰੀ ਡਿਫਾਈਨਡ ਹੋਣ, ਅਸੀਂ ਸਿਰਫ ਉਹਨਾਂ ਨੂੰ ਯੂਜ਼ ਕਰੀਏ ਸਾਡੀ ਕੈਪੇਬਿਲਿਟੀ ਨੂੰ ਇਨਕਰੀਜ਼ ਕਰਨ ਦੇ ਲਈ। ਮਤਲਬ ਕੁਝ ਪ੍ਰੀ ਡਿਫਾਈਨਡ ਫਾਰਮੈਟਸ ਹੈ ਉਹ ਅਵੇਲੇਬਲ ਕਰਵਾਣੇ ਆ ਯੂਜ਼ਰ ਨੂੰ ਤਾਂ ਕਿ ਯੂਜ਼ਰ ਦਾ ਵਰਕਲੋਡ ਘਟੇ ਐਂਡ ਯੂਜ਼ਰ ਜਲਦੀ ਤੋਂ ਜਲਦੀ ਆਪਣੀ ਵੈਬਸਾਈਟਸ ਡਿਵੈਲਪ ਕਰ ਸਕੇ। ਇੱਥੇ ਐਗਜ਼ਾਮਪਲਸ ਵੀ ਗਿਵਨ ਹੈ ਜੂਮਲਾ, ਡਰੂਪਲ, ਵਰਡਪ੍ਰੈਸ, ਮੈਜੈਂਟੋ ਐਟਸੈਟਰਾ। ਇਹ ਸਾਰੀਆਂ ਵੈਬਸਾਈਟਸ ਇਹ ਜਿਹੜੀਆਂ ਬੇਸਿਕਲੀ ਟੂਲਸ ਹੈ ਸਾਰੇ ਵੈਬਸਾਈਟ ਕ੍ਰੀਏਟ ਕਰਨ ਦੇ ਲਈ ਯੂਜ਼ ਹੁੰਦੇ। ਠੀਕ ਹੈ। ਨੈਕਸਟ ਹੈ ਇਹਦੇ ਕੁਝ ਫੀਚਰਸ ਦੇ ਵਿੱਚ ਹੈ ਯੂਜ਼ਰ ਮੈਨੇਜਮੈਂਟ। ਮਤਲਬ ਇਹ ਯੂਜ਼ਰ ਦੀ ਡਿਟੇਲਸ ਨੂੰ ਮੈਨੇਜ ਕਰਨ ਦੇ ਲਈ ਬੇਸਿਕਲੀ ਅਗਰ ਅਸੀਂ ਵਰਡਪ੍ਰੈਸ ਤੇ ਵੈਬਸਾਈਟ ਬਣਾਉਣੀ ਹੈ ਸਾਨੂੰ ਪਹਿਲਾਂ ਵਰਡਪ੍ਰੈਸ ਤੇ ਅਕਾਊਂਟ ਕ੍ਰੀਏਟ ਕਰਨਾ ਪੈਂਦਾ। ਸੋ ਉਸ ਕੇਸ ਦੇ ਵਿੱਚ ਅਸੀਂ ਯੂਜ਼ਰ ਮੈਨੇਜ ਕਰਨ ਦੇ ਲਈ ਵੀ ਡਿਟੇਲਸ ਯੂਜ਼ ਕਰ ਸਕਦੇ ਹਾਂ। ਮੋਰ ਓਵਰ ਅਗਰ ਅਸੀਂ ਵੈਬਸਾਈਟ ਕੋਈ ਵੀ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਅਸੀਂ ਲੌਗਇਨ ਦਾ ਪਾਰਟ ਹਮੇਸ਼ਾ ਐਡ ਕਰਦੇ ਹਾਂ, ਤਾਂ ਉਹ ਚੀਜ਼ ਵੀ ਯੂਜ਼ਰ ਮੈਨੇਜਮੈਂਟ ਦੇ ਅੰਦਰ ਹੀ ਆਉਂਦੀ ਹੈ। ਐਂਡ ਵਰਡਪ੍ਰੈਸ ਦੇ ਵਿੱਚ ਅਗਰ ਐਗਜ਼ਾਮਪਲ ਲਈਏ ਤਾਂ ਉਹਦੇ ਵਿੱਚ ਲੌਗਇਨ ਦਾ ਪੇਜ ਪ੍ਰੀ ਡਿਫਾਈਨਡ ਬਣਿਆ ਬਣਾਇਆ ਵੀ ਅਵੇਲੇਬਲ ਮਿਲ ਜਾਂਦਾ। ਸਾਨੂੰ ਬਣਿਆ ਬਣਾਇਆ ਲੌਗਇਨ ਪੇਜ ਹੈ, ਅਸੀਂ ਉਹਨੂੰ ਸਿੰਪਲੀ ਯੂਜ਼ ਕਰਨਾ। ASP ਦੀ ਅਗਰ ਐਗਜ਼ਾਮਪਲ ਲਓ ਉਹਦੇ ਵਿੱਚ ਵੀ ਬਣਿਆ ਬਣਾਇਆ ਲੌਗਇਨ ਪੇਜ ਮਿਲਦਾ ਹੈ। ਮਤਲਬ ਯੂਜ਼ਰ ਮੈਨੇਜ ਕਰਨ ਦਾ ਪੇਜ ਜਿਹੜਾ ਹੈ ਉਹ ਬਣਿਆ ਬਣਾਇਆ ਯੂਜ਼ਰ ਨੂੰ ਮਿਲਦਾ। ਸੋ ਸਾਨੂੰ ਬਣਾਉਣ ਦੇ ਐਫਰਟਸ ਲਗਾਉਣ ਦੀ ਲੋੜ ਨਹੀਂ। ਰਜਿਸਟ੍ਰੇਸ਼ਨ ਦਾ ਪੇਜ ਵੀ ਆਪਣੇ ਆਪ ਮਿਲਦਾ ਹੈ। ਅਗਰ ਰਜਿਸਟਰ ਕਰਨਾ ਕਿਸੇ ਨੇ ਉਹ ਵੀ ਬਣਿਆ ਬਣਾਇਆ ਮਿਲਦਾ, ਸਿਰਫ ਅਸੀਂ ਕਾਲ ਕਰਨੀ ਆ ਉਸ ਪੇਜ ਨੂੰ, ਦੈਨ ਈਜ਼ੀ ਕੀਤਾ ਉਹਨੇ ਕੰਮ ਸਾਡਾ। ਨੈਕਸਟ ਹੈ ਥੀਮ ਸਿਸਟਮ। ਕੁਛ ਆਲਰੇਡੀ ਬਣੇ ਹੋਏ CSS ਦੇ ਥੀਮਸ ਅਵੇਲੇਬਲ ਹੈ, ਟੈਂਪਲੇਟਸ ਅਵੇਲੇਬਲ ਹੈ। ਮਤਲਬ ਸਾਨੂੰ ਡਿਜ਼ਾਈਨਿੰਗ ਤੇ ਵੀ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਨਹੀਂ ਹੈ, ਸਿਰਫ ਅਸੀਂ ਆਪਣੇ ਕੰਮ ਤੇ ਫੋਕਸ ਕਰਨਾ ਵੀ ਅਸੀਂ ਐਡ ਕੀ ਕਰਨੀ ਹੈ ਹੋਰ ਫੰਕਸ਼ਨੈਲਿਟੀਜ਼। ਨੈਕਸਟ ਹੈ ਐਕਸਟੈਂਡਿਡ ਪਲਗਇਨਸ ਦੇ ਵਿੱਚ ਬੇਸਿਕਲੀ ਆਉਂਦਾ ਕੀ ਹੈ ਕਿ ਕੁਝ ਐਕਸਟਰਾ ਫੀਚਰ ਐਡ ਕੀਤੇ। ਕਲਾਸ ਵੇਟ ਇੱਕ ਮਿੰਟ। ਓਕੇ, ਪਲਗਇਨਸ ਦੇ ਵਿੱਚ ਕੀ ਆਉਂਦਾ ਬੇਸਿਕਲੀ ਲਾਈਕ ਅਸੀਂ ਆਪਣੇ ਗੂਗਲ ਕ੍ਰੋਮ ਦੀ ਹੀ ਗੱਲ ਕਰੀਏ, ਅਸੀਂ ਗੂਗਲ ਕ੍ਰੋਮ ਦੇ ਵਿੱਚ ਐਕਸਟੈਂਸ਼ਨਸ ਐਡ ਕਰ ਸਕਦੇ ਹਾਂ, ਪਲਗਇਨਸ ਐਡ ਕਰ ਸਕਦੇ ਹਾਂ। ਉਹ ਜਿਹੜੇ ਐਕਸਟੈਂਸ਼ਨਸ ਜਾਂ ਪਲਗਇਨਸ ਤੁਸੀਂ ਐਡ ਕਰਦੇ ਹੋ ਉਹ ਕਰਦੇ ਕਿ ਇਹ ਸਾਡੇ ਨੋਰਮਲ ਬਰਾਊਜ਼ਰ 'ਤੇ ਵਰਕ ਕਰ ਸਕਦਾ ਹੈ, ਬਟ ਅਸੀਂ ਕੁਝ ਐਕਸਟਰਾ ਫੰਕਸ਼ਨੈਲਿਟੀ ਐਡ ਕਰਨੀ ਹੈ ਉਹਦੇ ਵਿੱਚ, ਤਾਂ ਉਹਦੇ ਲਈ ਅਸੀਂ ਇਹ ਚੀਜ਼ ਯੂਜ਼ ਕਰਦੇ ਹਾਂ। ਐਕਸਟਰਾ ਫੰਕਸ਼ਨੈਲਿਟੀ ਕਿੱਦਾਂ? ਫੋਰ ਐਗਜ਼ਾਮਪਲ ਮੈਂ ਵੋਲਿਊਮ ਬੂਸਟਰ ਆਪਣੇ ਕ੍ਰੋਮ ਦਾ ਡਾਊਨਲੋਡ ਕੀਤਾ ਐਕਸਟੈਂਸ਼ਨ ਦੀ ਫੋਰਮ 'ਚ, ਠੀਕ ਹੈ। ਤਾਂ ਮੈਨੂੰ ਆਪਣਾ ਕੋਈ ਐਪ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈ ਵੋਲਿਊਮ ਬੂਸਟਰ ਦੇ ਲਈ। ਜਸਟ ਮੈਂ ਐਕਸਟੈਂਸ਼ਨ ਐਡ ਕੀਤੀ, ਉਹਦੇ ਨਾਲ ਕੀ ਹੋਏਗਾ ਮੈਨੂੰ ਉੱਪਰ ਬਰਾਊਜ਼ਰ ਦੇ ਬੇਸਿਕਲੀ ਜਿੱਥੇ URL ਹੁੰਦਾ ਉਹਦੇ ਨਾਲ ਹੀ ਮੈਨੂੰ ਸ਼ੋ ਹੋ ਜਾਂਦਾ ਕਿ ਵੋਲਿਊਮ ਬੂਸਟਰ ਨਾਮ ਦੀ ਕੋਈ ਚੀਜ਼ ਹੈ, ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਉਸ ਤਰ੍ਹਾਂ ਦੀ ਫੈਸਿਲਿਟੀ ਅਗਰ ਅਸੀਂ ਯੂਜ਼ਰ ਨੂੰ ਵੀ ਦੇਣੀ ਹੈ ਤਾਂ ਉਸ ਕੇਸ 'ਚ ਐਕਸਟੈਂਡਿਡ ਪਲਗਇਨਸ ਯੂਜ਼ ਕਰ ਸਕਦੇ ਹਾਂ। ਵੇਟ ਮੈਂ ਉਹਦੀ ਐਗਜ਼ਾਮਪਲ ਵੀ ਦਿਖਾਈ ਦੇਣੀ ਤੁਹਾਨੂੰ ਵੋਲਿਊਮ ਬੂਸਟਰ ਵਾਲੀ ਵੀ। ਬੇਸਿਕਲੀ ਇਹ ਮੇਰਾ ਬਰਾਊਜ਼ਰ ਹੈ, ਠੀਕ ਹੈ। ਇੱਥੇ ਮੈਂ ਐਕਸਟੈਂਸ਼ਨਸ ਐਡ ਕੀਤੀਆਂ ਹੋਈਆਂ, ਇੱਕ ਹੈ ਵੋਲਿਊਮ ਬੂਸਟਰ ਦੀ ਐਕਸਟੈਂਸ਼ਨ, ਠੀਕ ਹੈ। ਇਸ ਤੋਂ ਇਲਾਵਾ ਹੋਰ ਕੋਈ ਮੈਂ ਐਡ ਨਹੀਂ ਕੀਤੀ। ਸੋ ਬੇਸਿਕ ਇਸ ਤਰ੍ਹਾਂ ਦੀ ਫੰਕਸ਼ਨੈਲਿਟੀ ਜਿਹੜੀ ਹੈ ਉਹ ਸਾਨੂੰ ਅਵੇਲੇਬਲ ਕਰਵਾਉਂਦਾ ਸਾਡਾ ਪਲਗਇਨਸ ਦਾ ਪਾਰਟ, ਤੇ ਇਹ CMS ਦੀ ਹੈਲਪ ਦੇ ਨਾਲ ਹੀ ਹੈ, ਠੀਕ ਹੈ। ਨੈਕਸਟ ਇਹਦਾ ਫੀਚਰ ਹੈ ਸਰਚ ਇੰਜਨ ਆਪਟੀਮਾਈਜੇਸ਼ਨ। ਬੇਸਿਕਲੀ SEO ਦੇ ਵਿੱਚ ਯੂਜ਼ ਹੁੰਦਾ।
ਇਹਦੇ ਬਾਰੇ ਅਸੀਂ ਫਰਦਰ ਪੜਾਂਗੇ ਨੈਕਸਟ ਚੈਪਟਰ ਦੇ ਵਿੱਚ, ਸਰਚ ਇੰਜਨ ਆਪਟੀਮਾਈਜ਼ੇਸ਼ਨ ਦੇ ਬਾਰੇ। ਮੀਡੀਆ ਮੈਨੇਜਮੈਂਟ, ਮੀਡੀਆ ਫਾਈਲਸ ਅਗਰ ਅਸੀਂ ਮੈਨੇਜ ਕਰਨੀ ਹੈ, ਹੁਣ ਆਲਰੇਡੀ ਵੋਲਿਊਮ ਬੂਸਟਰ ਦੀ ਐਗਜ਼ਾਮਪਲ ਅਸੀਂ ਉੱਪਰ ਵਾਲੇ 'ਚ ਦੇ ਹੀ ਦਿੱਤੀ, ਉਹੀ ਐਗਜ਼ਾਮਪਲ ਹੈ ਇਹਦੇ ਵਿੱਚ। ਮਲਟੀਲਿੰਗੁਅਲ ਬੇਸਿਕਲੀ ਅਸੀਂ ਗੂਗਲ ਦੇ ਵਿੱਚ ਆਪਣੀ ਲੈਂਗੁਏਜ ਚੇਂਜ ਕਰ ਸਕਦੇ ਹਾਂ, ਟਰਾਂਸਲੇਟ ਕਰ ਸਕਦੇ ਹਾਂ ਇੰਗਲਿਸ਼ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ, ਕੋਈ ਵੀ ਲੈਂਗੁਏਜ ਅਸੀਂ ਚੇਂਜ ਕਰ ਸਕਦੇ ਹਾਂ। ਉਹ ਫੀਚਰ ਵੀ ਜਿਹੜਾ ਹੈ CMSE ਪ੍ਰੋਵਾਈਡ ਕਰਦਾ। ਇਹ ਕੁਝ ਫੀਚਰਸ ਹੈ। ਐਡਵਾਂਟੇजेस 'ਚ ਵੀ ਇਹੀ ਕੁਛ ਹੈ ਕਿ ਬੇਸਿਕਲੀ ਓਪਨ ਸੋਰਸ ਹੈ, ਫ੍ਰੀ ਹੈ, ਕੋਈ ਕੋਸਟ ਵਗੈਰਾ ਨਹੀਂ ਲੱਗਦੀ, ਠੀਕ ਹੈ, ਈਜ਼ੀਲੀ ਅਵੇਲੇਬਲ ਹੈ ਸਾਰੇ ਪਰਸਨਸ ਨੂੰ, ਯੂਜ਼ ਕਰਨਾ ਬਹੁਤ ਈਜ਼ੀ ਹੈ। SEO ਟੂਲਸ ਅਵੇਲੇਬਲ ਹੈ ਜਿਹਦੇ ਕਰਕੇ ਕੰਪਨੀਜ਼ ਨੂੰ ਬਹੁਤ ਹੈਲਪ ਮਿਲਦੀ ਹੈ। ਕਸਟਮਾਈਜੇਸ਼ਨ ਬਹੁਤ ਈਜ਼ੀ ਹੈ, ਮਤਲਬ ਅਗਰ ਆਲਰੇਡੀ ਥੀਮ ਅਵੇਲੇਬਲ ਹੈ ਉਹਦੇ ਵਿੱਚ ਵੀ ਮੈਂ ਚੇਂਜਸ ਕਰਨਾ ਚਾਹਾਂ ਤਾਂ ਕਰ ਸਕਦੀ ਹਾਂ। CSS ਫਾਈਲਸ ਆਲਰੇਡੀ ਪ੍ਰੀ ਡਿਫਾਈਨਡ ਮਿਲੀਆਂ, ਸੋ ਸਾਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ। ਪਲਗਇਨਸ ਅਵੇਲੇਬਲ ਹੈ। ਡਿਸਐਡਵਾਂਟੇजेस ਕੀ ਹੈ? ਅਗਰ ਅਸੀਂ CMS ਦੀ ਗੱਲ ਕਰੀਏ, ਵਰਡਪ੍ਰੈਸ ਦੀ ਐਗਜ਼ਾਮਪਲ ਲਈਏ ਤਾਂ ਟਾਈਮ ਟੂ ਟਾਈਮ ਉਹਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਈਜ਼ੀ ਐਗਜ਼ਾਮਪਲ ਅਗਰ ਲਈਏ ਤਾਂ ਐਂਡਰੋਇਡ ਸਟੂਡੀਓ ਬੇਸਿਕਲੀ ਅਸੀਂ ਜਿਹੜਾ ਯੂਜ਼ ਕਰਦੇ ਹਾਂ, ਉਹਨੂੰ ਅਗਰ ਤੁਸੀਂ ਦੇਖੋ ਤਾਂ ਉਹਦੇ ਹਰ 3-4 ਦਿਨ ਬਾਅਦ ਉਹਦੇ ਅਪਡੇਟਸ ਆਉਂਦੇ ਰਹਿੰਦੇ। ਐਂਡ ਅਪਡੇਟਸ ਵੀ ਇੱਦਾਂ ਨਹੀਂ ਕਿ ਹਾਂ ਸਿਰਫ 1 MB 2 MB, 100 MBs, ਕਈ ਵਾਰ ਹੁੰਦਾ ਪੂਰਾ 1 GB ਦਾ ਅਪਡੇਟ ਆਫਟਰ 1 ਵੀਕ ਈਵਨ। ਤਾਂ ਉਸ ਕੇਸ 'ਚ ਉਹਨੂੰ ਟਾਈਮ ਟੂ ਟਾਈਮ ਅਪਡੇਟ ਕਰਨਾ ਵੀ ਜ਼ਰੂਰੀ ਹੈ। ਅਗਰ ਅਪਡੇਟ ਨਹੀਂ ਕਰੋ ਤਾਂ ਵੀ ਉਹ ਵਰਕ ਨਹੀਂ ਕਰਦਾ। ਇਹਦਾ ਡਿਸਐਡਵਾਂਟੇਜ ਹੈ। ਨੈਕਸਟ ਹੈ ਪਲਗਇਨਸ ਜਿਹੜੇ ਆ, ਕਈ ਵਾਰ ਇੱਦਾਂ ਹੁੰਦਾ ਅਸੀਂ ਜ਼ਿਆਦਾ ਪਲਗਇਨਸ ਦੀ ਫੰਕਸ਼ਨੈਲਿਟੀ ਅਗਰ ਐਡ ਕਰਦੀ ਹੈ ਆਪਣੀ ਵੈਬਸਾਈਟ ਦੇ ਵਿੱਚ, ਦੈਨ ਉਸ ਕੇਸ 'ਚ ਇਹ ਹੈਵੀ ਬਣ ਜਾਂਦੀ ਵੈਬਸਾਈਟ। ਮਤਲਬ ਉਹਨੇ ਜਨਰਲ ਜੀ ਗੱਲ ਆ, ਅਗਰ ਮੈਂ ਪਲਗਇਨ ਇੱਕ ਦੀ ਬਜਾਏ 100 ਪਲਗਇਨਸ ਐਡ ਕਰ ਦੇਵਾਂ, ਯੂਜ਼ਰ ਨੂੰ ਅਵੇਲੇਬਲ ਕਰਵਾ ਦਾਂ, ਯੂਜ਼ਰ ਨੂੰ ਚਾਹੀਦਾ ਤਾਂ ਇੱਕ ਦੋ ਹੀ ਹੈ, ਇੰਨੇ ਪਲਗਇਨਸ ਅਵੇਲੇਬਲ ਕਰਵਾਉਣ ਦੀ ਜ਼ਰੂਰਤ ਹੀ ਕੀ ਹੈ? ਉਹਦੇ ਨਾਲ ਸਾਡੀ ਵੈਬਸਾਈਟ 'ਤੇ ਲੋਡ ਹੀ ਵੱਧਦਾ, ਤਾਂ ਉਸ ਟਾਈਮ 'ਤੇ ਰਨ ਹੋਣ 'ਤੇ ਵੈਬਸਾਈਟ ਨੂੰ ਚੱਲਣ 'ਤੇ ਵੀ ਕਾਫੀ ਪ੍ਰੋਬਲਮ ਆਉਂਦੀ ਹੈ, ਮਤਲਬ ਸਲੋ ਹੋ ਜਾਂਦੀ ਉਹਦੀ ਵਰਕਿੰਗ। ਕੁਛ ਐਕਸਪੈਂਸਿਵ ਹੈ। ਐਕਸਪੈਂਸਿੰਗ ਕਿਉਂ ਹੈ? ਕਿਉਂਕਿ ਜਿਹੜਾ ECM ਸੀਗਾ ਪਹਿਲਾਂ ਪੜਿਆ ਐਂਟਰਪ੍ਰਾਈਜ਼ ਵਾਲਾ, ਉਹ ਬੇਸਿਕਲੀ ਸਾਨੂੰ ਕੋਸਟਲੀ ਪੈਂਦਾ, ਉਹ ਕਿਉਂਕਿ ਉਹ ਕੰਪਨੀਜ਼ ਹੀ ਯੂਜ਼ ਕਰਦੀਆਂ, ਨੋਰਮਲ ਪਰਸਨ ਨਹੀਂ ਯੂਜ਼ ਕਰਦਾ, ਤਾਂ ਇਸ ਕਰਕੇ ਇਹਨਾਂ ਨੇ ਐਕਸਪੈਂਸਿਵ ਕਿਹਾ। ਹੋਰ ਕੋਈ ਐਕਸਪੈਂਸ ਵਾਲਾ ਇਹਦੇ 'ਚ ਕੋਈ ਕੰਮ ਨਹੀਂ ਹੈ। PHP knowledge is required to modify or change the WordPress website। ਅਗਰ WordPress ਤੇ ਕੋਈ ਵੀ ਵੈਬਸਾਈਟ ਤੁਸੀਂ ਚੇਂਜ ਕਰਨੀ ਹੈ, ਬਣਾਉਣੀ ਹੈ ਜਾਂ ਕੁਝ ਵੀ ਕਰਨਾ ਹੈ, ਉਸ ਟਾਈਮ ਤੇ PHP ਦੀ ਨੌਲੇਜ ਹੋਣੀ ਕੰਪਲਸਰੀ ਹੈ, ਕਿਉਂਕਿ PHP ਦੇ ਹੈਲਪ ਦੇ ਨਾਲ ਹੀ WordPress ਦੇ ਸਾਰੇ ਕੋਡਸ ਰਨ ਹੁੰਦੇ ਆ। WordPress ਬੇਸਿਕਲੀ PHP ਦਾ ਹੀ ਇੱਕ ਵਿਕਲਪ ਕਹਿ ਸਕਦੇ ਹੋ, ਉਹ ਹੈ, ਠੀਕ ਹੈ। ਦੈਟਸ ਆਲ ਫॉर ਆਵਰ ਚੈਪਟਰ ਨੰਬਰ 2। CMS ਐਂਡ ਸੈਸ਼ਨ ਦਾ ਟੌਪਿਕ ਰਹਿੰਦਾ ਸੀ, ਅੱਜ ਕੰਪਲੀਟਡ ਹੈ, ਠੀਕ ਹੈ। ਜਿਹੜੇ ਸਟੂਡੈਂਟਸ ਨਹੀਂ ਆਏ ਸੀ, ਇੱਕ ਵਾਰ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਸੈਸ਼ਨਸ ਦਾ ਟੌਪਿਕ ਐਂਡ CMS ਦਾ ਟੌਪਿਕ ਕੰਪਲੀਟ ਹੋ ਗਿਆ ਅੱਜ, ਠੀਕ ਹੈ। ਕੋਈ ਡਾਊਟ ਹੈ ਕਿਸੇ ਨੂੰ? नो मैम, क्लियर। ਓਕੇ ਜੀ। ਅਟੈਂਡੈਂਸ ਸਭ ਸੈਂਡ ਕਰ ਦਿਓ ਇੱਕ ਵਾਰ ਚੈਟ ਬਾਕਸ ਅਗਰ ਨਹੀਂ ਕੀਤੀ, ਅਦਰਵਾਈਜ਼ ਯੂ ਕੈਨ ਲੀਵ। ਥੈਂਕ ਯੂ ਸੋ ਮਚ ਫॉर ਲੈਕਚਰ। ओके मैम।